मन का थिर हो जाना अटल है, अंदरला पहले ही अटल है, वो थिर है। ਜਿਹੜਾ अटल ਹੁੰਦਾ ਉਹਦੇ ਨਾਲ जुड़े ਤੇ बिना ਅਸੀਂ अटल नहीं हो सकते। माया ਦੇ ਵਿੱਚ ਆਕਾਸ਼ थिर है, सिर्फ आकाश ਕਾਹਤੇ थिर है? आकाश ਉਹ थिर ਨਾਲੋਂ ਅੱਡ ਹੋਇਆ ਹੀ ਨਹੀਂ। ਸੱਚੇ ਤੇ ਕੀ ਪਿਆ ਸੀ? ਪਵਨ ਅੱਡ ਹੋਇਆ ਸੀ। ਤੇ ਆਕਾਸ਼ ਫਿਰ ਕੀ ਹੋ ਗਿਆ? ਆਕਾਸ਼ ਸੱਚੇ ਦੀ ਦੇਹ ਹੈ, ਉਹਦੀ ਦੇਹ, ਉਹ ਜੋਤ ਸਰੂਪ ਦੀ ਦੇਹ ਜਿਹੜੀ ਹੈ ਨਾ, ਸਪੇਸ, ਉਹ ਆਕਾਸ਼ ਹੈ। ਇਸ ਕਰਕੇ ਕਬੀਰ ਨੇ ਸਵਾਲ ਕੀਤਾ ਸੀ ਪੰਡਤ ਨੂੰ, ਕੌਰੇ ਪੰਡਿਆ ਅੰਬਰ ਕਾਸਿਓਂ ਲਾਗਾ। ਹਵਾ ਤਾਂ ਤੂੰ ਦੱਸ ਦੇਗਾ। ਹਵਾ ਆਕਾਸ਼ ਵਿੱਚ ਘੁੰਮਦੀ ਹੈ। ਸਾਰੀਆਂ ਚੀਜ਼ਾਂ ਸਾਨੂੰ ਘੁੰਮਦੀਆਂ ਤੁਰਦੀਆਂ ਤਾਂ ਜਾਪਦੀਆਂ ਨੇ, ਭਾਸਦੀਆਂ ਨੇ ਜੇ ਕੋਈ ਚੀਜ਼ ਖੜੀ ਹੈ। ਖੜਾ ਆਕਾਸ਼ ਹੈ, ਹੋਰ ਕੁਝ ਨਹੀਂ ਖੜਾ ਇੱਥੇ। ਭਾਵੇਂ ਮਾਇਆ ਆਕਾਸ਼ ਚੋਂ ਪੈਦਾ ਹੋਈ ਹੈ, ਮਾਇਆ ਨੂੰ ਅਸੀਂ ਆਕਾਸ਼ ਦਾ ਹੀ ਹਿੱਸਾ ਮੰਨਦੇ ਹਾਂ, ਤੱਤ ਮੰਨਦੇ ਹਾਂ, ਪਰ ਆਕਾਸ਼ ਸਥਿਰ ਹੈ, ਅਟਲ ਹੈ। ਇਹਦੇ ਵਿੱਚ ਜੋਤ ਨੇ ਅਟਲ ਹੋਣਾ, ਜਿਵੇਂ ਆਕਾਸ਼ ਅਟਲ ਹੈ। ਗੰਭੀਰ ਲਫ਼ਜ਼ ਜਿਹੜਾ ਆਇਆ ਹੋਇਆ ਆਕਾਸ਼ ਨਾਲ ਆਇਆ ਹੈ। ਗਹਿਰ ਗੰਭੀਰ ਕਿਹਦੇ ਵਰਗਾ? ਆਕਾਸ਼ ਵਰਗਾ। ਹੋਰ ਕੋਈ ਪ੍ਰਮਾਣ ਨਹੀਂ ਸਾਡੇ ਕੋਲ ਆਕਾਸ਼ ਤੋਂ ਜ਼ਿਆਦਾ। ਮਾਇਆ 'ਚ ਕੋਈ ਪ੍ਰਮਾਣ ਨਹੀਂ। ਮਾਇਆ ਦਾ ਪ੍ਰਮਾਣ ਦਾ ਮੰਗਦੇ ਨਾ, ਪ੍ਰਮਾਣ ਹਮੇਸ਼ਾ ਮਾਇਆ ਦਾ ਹੁੰਦਾ ਹੈ। ਗੈਰ ਗੰਭੀਰ ਆਕਾਸ਼ ਹੈ। ਆਕਾਸ਼ ਨਾਲ ਜੁੜਿਆ ਹੋਇਆ ਇਹ ਅਟਲ ਹੁੰਦਾ ਹੈ। ਉਹ ਆਕਾਸ਼ ਨਾਲ ਜੁੜਿਆ ਰਹਿੰਦਾ, ਉਹਦੀ ਦੇਹੀ ਹੈ ਨਾ ਆਕਾਸ਼। ਅੰਬਰ ਕਾਸਿਓਂ ਲਾਗਾ, ਅੰਬਰ ਉਹਦੇ ਨਾਲ ਲੱਗਿਆ ਜਿਹਦੇ ਹੁਕਮ ਨਾਲ ਅੰਬਰ ਨੇ ਆਪਣੇ ਵਿੱਚੋਂ ਹਵਾ ਨੂੰ ਪੈਦਾ ਕੀਤਾ, ਛੱਡੇ, ਅਲੱਗ ਕੀਤਾ। ਅੰਬਰ ਉੱਥੇ ਖੜਾ ਜਿੱਥੇ ਪਹਿਲਾਂ ਸੀਗਾ। ਅੰਬਰ ਤਾਂ ਕਿਹਾ ਨਹੀਂ, ਅੰਬਰ ਨੂੰ ਤਾਂ ਕਿਹਾ ਨਹੀਂ ਤੂੰ ਚਲਾ ਜਾ। ਪਵਨਾ ਛੱਡੀ ਹੈ, ਪਵਨ ਨੇ ਖਾਰਿਜ ਕੀਤੀ ਆਪਣੇ ਵਿੱਚੋਂ। ਅੰਬਰ ਤਾਂ ਉੱਥੇ ਹੀ ਹੈ ਜਿੱਥੇ ਪਹਿਲਾਂ ਸੀ। ਅੰਬਰ ਕਾਸਿਓਂ ਲਾਗਾ, ਇਹ ਅੰਬਰ ਉਵੇਂ ਤਣਿਆ ਹੋਇਆ ਕਿਉਂ ਹੈ? ਇਕੱਠਾ ਕਿਉਂ ਨਹੀਂ ਹੋ ਜਾਂਦਾ? ਅੰਬਰ ਦੀ ਬਹੁਤੀ ਵਿਆਖਿਆ ਗੁਰਬਾਣੀ 'ਚ ਹੈ ਨਹੀਂ। ਕਿਤੇ ਪੌਣ ਪਾਣੀ ਵੈਸੰਤਰ ਕਿਹਾ, ਕਿਤੇ ਅੰਬਰ ਨਹੀਂ ਕਿਹਾ ਹੋਇਆ। ਅੰਬਰ ਕੋਈ ਹੈ। ਕਿਤੇ ਪੌਣ ਪਾਣੀ ਵੈਸੰਤਰ ਕਿਹਾ ਹੋਇਆ, ਅੰਬਰ ਨੂੰ ਕਿਤੇ ਨਹੀਂ ਕਿਹਾ ਹੋਇਆ। ਅੰਬਰ ਇੱਕੋ ਹੀ ਹੈ, ਉਹ 'ਚ ਕੋਈ ਵੈਰਾਈਟੀ ਨਹੀਂ ਅੰਬਰ। ਇਸ ਕਰਕੇ ਇੱਕ ਦੇ ਨਾਲ ਅੰਬਰ, ਅੰਬਰ ਦੇ ਨਾਲ ਇੱਕ ਦੋ ਇੱਕ ਮਿੱਕ ਨੇ। ਜਿਹੜਾ ਆਕਾਸ਼ ਹੈ ਨਾ, ਬਾਹਰਲਾ ਆਕਾਸ਼, ਇਹਦੇ ਨਾਲ ਆੜਾ ਲੱਗਿਆ ਹੋਇਆ ਹੈ। ਅਸਲ ਦੇ ਵਿੱਚ ਕਾਸ਼ ਲਫ਼ਜ਼ ਹੈ, ਕਾਸ਼ ਲਫ਼ਜ਼ ਹੈ ਨਾ। ਕਾਸ਼ੀ ਤੇ ਤੁਹਾਨੂੰ ਉਪਜੇ ਕਿਹਾ ਹੋਇਆ। ਹਿਰਦਾ ਆਕਾਸ਼ ਨਹੀਂ ਹੈ, ਹਿਰਦਾ ਕਾਸ਼ ਹੈ, ਠੋਸ ਹੈ। ਜਿੱਥੇ ਜੋਤ ਹੈ,
ਜਿੰਨੇ ਥਾਂ ਚੋਂ ਪਵਣਾ ਅੱਡ ਹੋਇਆ ਹੋਇਆ ਉਹਨਾਂ ਥਾਂ ਆਕਾਸ਼ ਹੈ। ਜਿੰਨੇ ਥਾਂ ਦੇ ਵਿੱਚ ਮਾਇਆ ਉਹਨਾਂ ਆਕਾਸ਼ ਹੈ। ਜਿੱਥੇ ਮਾਇਆ ਹੈ ਨਹੀਂ ਨਾ ਉਹ ਆਕਾਸ਼ ਹੈ। ਭਵ ਸਾਗਰ ਦੇ ਵਿੱਚ ਜਿੰਨਾ ਭਵ ਸਾਗਰ ਹੈ ਉਹਨਾਂ ਹੀ ਆਕਾਸ਼ ਹੈ। ਜਿੰਨਾ ਸੁਖ ਸਾਗਰ ਹੈ ਫਿਰ ਉਹਦੇ ਬਾਹਰ ਉਹ ਆਕਾਸ਼। ਜਿਹੜੀ ਇਹ ਸ਼ਬਦ ਪੈਦਾ ਹੁੰਦਾ ਨਾ ਧੁਨ, ਉਹ ਆਕਾਸ਼ ਚੋਂ ਨਹੀਂ ਹੁੰਦਾ। ਆਕਾਸ਼ ਬਾਣੀ ਗਲਤ ਕਹਿੰਦੇ ਨੇ। ਕਾਸ਼ੀ ਤੇ ਧੁਨ ਉਪਜੈ, ਧੁਨ ਕਾਸ਼ੀ ਚੋਂ ਪੈਦਾ ਹੁੰਦੀ ਹੈ। ਧੁਨ ਕਾਸ਼ੀ ਜਾਏ। ਜਿਹੜੀ ਹਿਰਦੇ ਚੋਂ ਗੱਲ ਪੈਦਾ ਹੁੰਦੀ ਹੈ ਕਲਪਨਾ, ਉਹ ਟਿਕਦੀ ਕਿੱਥੇ ਜਾ ਕੇ? ਦੂਏ ਹਿਰਦੇ ਜਾ ਕੇ ਟਿਕਦੀ ਹੈ। ਉੱਥੇ ਹੀ ਸਮਝ ਹੁੰਦੀ ਹੈ ਜਾ ਕੇ। ਬਾਕੀ ਤਾਂ ਹਵਾ 'ਚ ਤਾਂ ਫਿਰ ਕੋਈ, ਜੇ ਕੋਈ ਪਕੜੂਗਾ, ਸੁਣ ਵੀ ਹਿਰਦੇ 'ਚ ਹੁੰਦੀ ਹੈ, ਜਾਂਦੀ ਵੀ ਉੱਥੇ ਹੁੰਦੀ ਹੈ। ਕਾਸ਼ੀ ਫੁੱਟੇ ਪੰਡਤਾਂ ਧੁਨ ਕਹਾਂ ਸਮਾਏ, ਇਹਦਾ ਜਵਾਬ ਪੰਡਤ ਕੋ ਨਹੀਂ ਹੈ। ਇਹ ਸਵਾਲ ਜਦ ਕਹੇ ਨਵੇਂ ਖੜੇ ਕੀਤੇ ਕਬੀਰ ਨੇ, ਇਹਨਾਂ ਦਾ ਗ੍ਰੰਥਾਂ ਵਿੱਚ ਜ਼ਿਕਰ ਹੀ ਨਹੀਂ ਹੈ। ਸਿਮਰਨ ਸ਼ਾਸਤਰਾਂ 'ਚ ਗੀਤਾ 'ਚ ਇਹਨਾਂ ਡੂੰਘਾ ਗਿਆਨ ਹੈ ਹੀ ਨਹੀਂ। ਤਾਂ ਹੀ ਤਾਂ ਕਹਿੰਦਾ ਤੂੰ ਤਾਂ ਕਹਿੰਦਾ ਕਾਸ਼ੀ ਦਾ ਪੰਡਤ ਹੈ, ਬ੍ਰਾਹਮਣ ਹੈ, ਵਿਦਵਾਨ ਹੈ, ਮਹਾਂਪੁਰਸ਼ ਹੈ। ਕਾਸ਼ੀ ਦਾ ਤੈਨੂੰ ਗੁਰੂ ਕਹਿੰਦੇ ਨੇ ਲੋਕ। ਮੈਂ ਕਾਸ਼ੀ ਦਾ ਜਲਾਹ, ਮੈਂ ਕਾਸ਼ੀ ਦਾ ਜਲਾਹ, ਬੂਝੋ ਮੋਰ ਗਿਆਨਾ, ਮੇਰਾ ਗਿਆਨ ਬੁਝ। ਮੈਂ ਕੀ ਕਹਿਣਾ? ਚੈਲੰਜ ਗਿਆਨ ਦਾ ਕਰ ਰਿਹਾ ਹੈ। ਜੋ ਪੰਡਤ ਨੇ ਪੜ੍ਹਿਆ ਉੱਥੇ ਉਹ ਗਿਆਨ ਹੈ ਉਹ ਨਹੀਂ। ਬੁਝੋ ਮੋਰ ਗਿਆਨਾ, ਕਿਉਂ ਨਹੀਂ ਬੁਝ ਸਕਦਾ? ਜੇ ਤੂੰ ਤੇਰੇ ਕੋਲੇ ਮੇਰੇ ਵਾਲਾ ਗਿਆਨ ਹੁੰਦਾ, ਤੁਮ ਤੋਂ ਜਾਚੋ ਭੂਪਤੀ ਰਾਜੇ, ਤੂੰ ਭੂਪਤੀ ਰਾਜਿਆਂ ਦਾ ਮੰਗਤਾ ਨਾ ਹੁੰਦਾ। ਮੰਗਤਾ ਉਹਦਾ ਹੁੰਦਾ ਜਿਹਦੋਂ ਭੂਪਤ ਰਾਜੇ ਮੰਗਦੇ ਨੇ। ਤੂੰ ਦਾਤਾ ਦਾ ਤੈਨੂੰ ਪਤਾ ਹੁੰਦਾ ਵੀ ਦਾਤਾ ਕੌਣ ਹੈ। ਤੂੰ ਝੂਠੇ ਦਾਤਿਆਂ ਕੋਲੋਂ ਨਾ ਮੰਗਦਾ, ਇਹਨਾਂ ਨੂੰ ਦਾਤੇ ਨਾ ਮੰਨਦਾ। ਤੁਮ ਤੋਂ ਜਾਚੋ ਭੂਪਤ ਰਾਜੇ, ਹਰਸਿਓ ਮੋਰ ਧਿਆਨ। ਮੇਰਾ ਧਿਆਨ ਕਿੱਥੇ ਹੈ? ਹਿਰਦੇ ਵਿੱਚ ਹਰ ਦੇ ਨਾਲ ਜੁੜਿਆ ਹੈ। ਤੇਰਾ ਧਿਆਨ ਕਿੱਥੇ? ਬਾਹਰਲੀ ਮਾਇਆ ਜੁੜਿਆ ਹੈ। ਬਾਹਰਲੀ ਮਾਇਆ ਉਹਨਾਂ ਕੋਲ, ਜਿਹੜੀ ਮਾਇਆ ਹੈ ਇਹ ਤਾਂ ਛਾਲ ਹੈ। ਔਰ ਪੰਡਤ ਇਹ ਵੀ ਮੰਨਦਾ ਹੈ ਵੀ ਮਾਇਆ ਛਾਲ ਹੈ, ਪਰ ਚਿੰਬੜਦਾ ਛਾਲ ਨੂੰ ਜਾ ਕੇ। ਮਾਇਆ ਛੜ, ਮਾਇਆ ਤੇ ਛੜ ਹੈ। ਜੇ ਮਾਇਆ ਛੜ ਹੈ ਤਾਂ ਫਿਰ ਮਾਇਆ ਨਾਲ ਅਸੀਂ ਚਿੰਬੜਦੇ ਕਿਉਂ ਪ੍ਰਚਾਰ ਕਰਦੇ ਹਾਂ ਮਾਇਆ ਮਿਲੂ? ਲੋਕਾਂ ਨਾਲ ਛਲ ਕਪਟ ਕਰਦੇ ਹਾਂ, ਛਲ ਕਪਟ ਦਾ ਉਪਦੇਸ਼ ਦੇ ਰਹੇ ਹਾਂ, ਛਲ ਵਾਸਤੇ ਪ੍ਰੇਰਿਤ ਕਰ ਰਹੇ ਹਾਂ। ਲੋਕ ਛੜੇ ਜਾਂਦੇ ਨੇ, ਛੜੇ ਜਾ ਰਹੇ ਨੇ, ਇਹਨਾਂ ਨੂੰ ਕਹਿੰਦੇ ਹਾਂ ਠੀਕ ਹੈ, ਹੋਰ ਛੜੇ ਜਾਓ, ਹੋਰ ਛੜੇ ਜਾਓ, ਹੋਰ ਲਓ ਮਾਇਆ, ਮਨੋਕਾਮਨਾਵਾਂ ਪੂਰੀਆਂ ਕਰੋ। ਇਹ ਧਰਮ ਹੈ? ਸਿੱਖ ਧਰਮ ਨਹੀਂ ਹੈ ਇਹ ਧਰਮ ਹੀ ਨਹੀਂ ਹੈ ਕੋਈ ਵੀ। ਧਰਮ ਇੱਕ ਹੈ ਸਿੱਖ ਧਰਮ, ਬਾਕੀ ਧਰਮ ਇਹ ਨਹੀਂ ਕੋਈ। ਸੱਚ ਧਰਮ ਸਿਰਫ ਇੱਕ ਧਰਮ ਹੈ। ਸੱਚ ਨਾਲ ਜੋੜਨ ਵਾਲਾ ਧਰਮ ਹੈ, ਝੂਠ ਨਾਲ ਜੋੜਨ ਵਾਲਾ ਧਰਮ ਹੈ। ਜੇ ਮਾਇਆ ਝੂਠ ਹੈ ਤਾਂ ਇਹਦੇ ਨਾਲ ਜੋੜਨ ਵਾਲਾ, ਇਹਦੀ ਇੱਛਾ ਪੂਰਨ ਕਰਨ ਵਾਲਾ ਹਰ ਧਰਮ ਅਧਰਮ ਹੈ, ਧਰਮ ਹੋ ਨਹੀਂ ਸਕਦਾ। ਝੂਠ ਨਾਲ ਜੋੜਨ ਵਾਲਾ ਧਰਮ ਕਿਵੇਂ ਹੋ ਜਾਊਗਾ? ਜੋੜ ਵੀ ਝੂਠ ਨਾਲ ਰਿਹਾ ਹੈ ਵੀ ਧਰਮ। ਉਹ ਸਾਡੀ ਮਰਜ਼ੀ ਦਾ, ਲੋਕ ਸੰਸਾਰ ਦੀ ਮਰਜ਼ੀ ਦਾ ਧਰਮ ਹੋ ਸਕਦਾ ਹੈ। ਦਰਗਾਹ 'ਚ ਪ੍ਰਮਾਣ ਧਰਮ ਨਹੀਂ ਹੈ। ਸਵਾਲ ਇਹ ਹੈ ਛੁੱਟਣਾ ਉਸ ਧਰਮ ਨਾਲ ਹੈ ਜਿਹੜਾ ਦਰਗਾਹ 'ਚ ਪ੍ਰਮਾਣ ਹੈ। ਉਸ ਧਰਮ ਨਾਲ ਫਸਣਾ ਹੈ ਜਿਹੜਾ ਸੰਸਾਰ 'ਚ ਪ੍ਰਮਾਣ ਹੈ। ਸੰਸਾਰੀਆਂ ਦਾ ਧਰਮ ਹੈ, ਉਹ ਇੱਥੇ ਰੱਖੂਗਾ ਸਾਨੂੰ। ਸੰਸਾਰ ਦਾ ਧਰਮ ਇੱਥੇ ਰੱਖੂਗਾ, ਬਾਹਰ ਨਹੀਂ ਲਿਜਾ ਸਕਦਾ। ਬਾਹਰ ਲੈ ਜਾਣ ਦੀ ਇੱਛਾ ਵੀ ਨਹੀਂ ਹੈ ਸਾਡੇ ਤਾਂ। ਬਾਹਰ ਜਾਣ ਦੀ ਇੱਛਾ ਤਾਂ ਕਿਸੇ 'ਚ ਹੈ ਹੀ ਨਹੀਂ। ਇੱਦੋਂ ਇਹਦੇ ਛੱਡਣ ਨੂੰ ਜੀ ਨਹੀਂ ਕਰਦਾ। ਪਾਗਲ ਹੈ ਜਿਹੜਾ ਬਾਹਰ ਦੀ ਸੋਚੂਗਾ। ਜੇ ਨਾਨਕ ਬਾਹਰ ਦੀ ਸੋਚਦਾ, ਨਾਨਕ ਨੂੰ ਪਾਗਲ ਕਿਹਾ।
ਜੇ ਕਬੀਰ ਨੇ ਬਾਹਰ ਦੀ ਸੋਚੀ ਉਹਨੂੰ ਬੌਰਾ ਕਿਹਾ, ਅਲੱਗ ਗੱਲ ਹੈ। ਬੌਰਾ ਅਸੀਂ ਅੱਜ ਵੀ ਮੰਨਦੇ ਹਾਂ, ਉੱਤੋਂ ਉੱਤੋਂ ਜੋ ਮਰਜ਼ੀ ਕਹੀ ਜਾਈਏ। ਜੇ ਬੌਰਾ ਨਹੀਂ ਮੰਨਦੇ ਉਹ ਆਪ ਕਿਉਂ ਨਹੀਂ ਕਰਦੇ ਕੰਮ? ਨਾਨਕ ਮਹਾਨ ਹੈ, ਨਾਨਕ ਵਾਲਾ ਰਸਤਾ ਚੁਣਿਆ ਕਿਹਨੇ? ਜਿਨ ਮਨ ਹੋਰ ਮੁਖ ਹੋਰ ਸਕਾਡੇ ਕੱਚਿਆਂ, ਮਨ ਵਿੱਚ ਸਾਡੇ ਕੁਛ ਹੈ, ਮੂੰਹ ਦੇ ਵਿੱਚ ਕੁਛ ਹੈ। ਧੋਖਾ ਆਪਣੇ ਨਾਲ ਕਰਦੇ ਆ, ਕਿਸੇ ਨਾਲ ਨਹੀਂ ਕਰਦੇ। ਹਾਂਜੀ। ਠੱਠਾ ਇਹ ਦੂਰ ਠਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਇਹ ਜਿਹੜਾ ਨੀਰਾ ਹੈ ਨਾ, ਪਾਣੀ ਦਾ ਬੁਲਬੁਲ ਹੈ। ਮਾਇਆ ਪਾਣੀ ਤੋਂ ਪੈਦਾ ਹੋਈ ਹੋਈ ਹੈ ਸਾਰੀ। ਜਲ ਤੇ ਤਿਰਭਵਨ ਸਾਜੇ, ਤਿੰਨਾਂ ਭਵਨਾਂ ਜੋ ਕੋ ਸਾਜਿਆ ਹੈ, ਜਲ ਤੇ ਹੀ ਸਾਜਿਆ ਹੈ। ਇਹ ਠੱਗ ਨੀਰਾ ਹੈ, ਠੱਗੀ ਹੈ, ਇਹ ਠਗੌਰੀ ਹੈ। ਇਹ ਤਾਂ ਦੂਰ ਰਹੋ, ਬਚ ਕੇ ਰਹੋ, ਇਹਨੂੰ ਦੂਰ ਕਰੋ ਆਪਣੇ ਤੋਂ। ਸਰੀਰ ਦਾ ਮੋਹ ਤਿਆਗ ਦਿਓ। ਜੇ ਮੋਹ ਹੈ ਤਾਂ ਇਹ ਜੋੜਦਾ ਸਾਨੂੰ ਆਪਣੇ ਨਾਲ, ਜੇ ਤਾਂ ਮੋਹ ਹੈ ਨਹੀਂ ਫਿਰ ਵਿੱਚ ਰਹਿੰਦੇ ਵੀ ਜੁੜੇ ਨਹੀਂ ਹੋਏ। ਜਿਹੜੀ ਚੀਜ਼ ਆਪਣੀ ਨਹੀਂ, ਅਸੀਂ ਪਾਸੇ 'ਚ ਬਹਿ ਜਾਂਦੇ, ਚਾਹੇ 10 ਲੱਖ ਦੀ ਹੋਵੇ, ਸਾਡੀ ਨਹੀਂ ਨਾ ਹੈ। ਪਰ ਗੱਡੀ 'ਚ ਸਾਡੀ ਚਾਹੇ 20,000 ਦੀ ਹੋਵੇ, ਉਹ ਸਾਡੀ ਹੈ। ਉਹਦੇ ਨਾਲ ਜਿਹੜਾ ਮੋਹ ਹੈ ਗੱਡੀ ਨਾਲ, ਬਸ ਨਾਲ ਨਹੀਂ ਹੈ। ਕਿਉਂਕਿ ਸਾਡੀ ਹੈ, ਉਹ ਸਾਡੀ ਨਹੀਂ ਹੈ। ਉਹ ਜੋੜਦੀ ਹੈ ਆਪਣੇ ਨਾਲ। ਜਿੰਨਾ ਚਿਰ ਮਾਇਆ ਦਾ ਕੁਝ ਵੀ ਸਾਡਾ ਹੈ ਮੰਨਿਆ ਹੋਇਆ ਅੰਦਰੋਂ, ਉਹ ਵੀ ਅੰਦਰੋਂ ਹੀ ਮੰਨਿਆ ਹੈ ਸਾਡਾ, ਬਸ ਸਾਡੀ ਹੈ ਨਹੀਂ। ਉਹ ਗੱਡੀ ਸਾਡੀ ਹੈ, ਸਕੂਟਰ ਸਾਡਾ ਹੈ, ਮਨੌਤ ਹੈ ਨਾ ਅੰਦਰ। ਬਸ ਮਨੌਤ ਜੇ ਬਦਲ ਗਈ ਤਾਂ ਸਾਡਾ ਹੁੰਦਾ ਹੋਇਆ ਵੀ ਸਾਡਾ ਹੈ ਨਹੀਂ। ਮਾਇਆ ਵਿੱਚ ਉਦਾਸੀ ਦਾ ਹੀ ਮਤਲਬ ਹੈ। ਗੁਰਮੁਖ ਮਾਇਆ ਵਿੱਚ, ਮਾਇਆ ਛੱਡ ਕੇ ਨਹੀਂ ਜਾਂਦਾ ਗੁਰਮੁਖ। ਜਿਵੇਂ ਜੋਗੀ ਚਲੇ ਗਏ, ਜੋਗੀ ਚਲੇ ਗਏ ਮਾਇਆ ਵਿੱਚ, ਮਾਇਆ ਛੱਡੀ ਨਹੀਂ ਗਈ। ਏਦਾਂ ਨਹੀਂ ਛੱਡ ਹੁੰਦੀ। ਗਿਆਨ ਨਾਲ ਛੱਡ ਹੁੰਦੀ ਹੈ ਮਾਇਆ। ਛੱਡਣ ਦਾ ਸਮਝ ਹੋਵੇ ਤਾਂ ਛੱਡ ਹੁੰਦੀ ਹੈ, ਏਦਾਂ ਛੱਡੇ ਨਹੀਂ ਹੋਣੀ। ਸਰੀਰ ਤਾਂ ਨਾਲੇ ਗਿਆ, ਸਰੀਰ ਵੀ ਤਾਂ ਮਾਇਆ। ਫਿਰ ਅੱਗੇ ਚਲੇ ਗਏ ਹੋ ਲੋਕ, ਸਰੀਰ ਨੂੰ ਥੋੜਾ ਥੋੜਾ ਵੱਢ ਕੇ ਹੋਮ ਕਰਨ ਲੱਗੇ ਵੀ ਇਹਨੂੰ ਵੀ ਛੱਡੋ। ਇਹ ਬਹੁਤ ਛੱਡਣ ਦੀ ਗੱਲ ਹੈ, ਇਹ ਤਾਂ ਮੂਰਖਤਾ ਹੀ ਹੈ। ਕਿਸੇ ਨੂੰ ਕਿਸ਼ਤੀ ਮਿਲੀ ਸੀ ਦਰਿਆ ਪਾਰ ਕਰਨ ਨੂੰ, ਉਹਦੇ ਨਾਲ ਸੇਕਣ ਲੱਗੇ ਵੱਢ ਕੇ ਥੋੜੀ ਥੋੜੀ ਕੱਟ ਕੇ। ਦਰਿਆ ਕਾਹਦੇ ਨਾਲ ਪਾਰ ਕਰੂ? ਜੇ ਅਸੀਂ ਲੱਕੜ ਦੀ ਕਿਸ਼ਤੀ ਜਿਹੜੀ ਦਰਿਆ ਪਾਰ ਕਰਨ ਵਾਸਤੇ ਸੀ, ਉਹਨੂੰ ਥੋੜੀ ਥੋੜੀ ਵੱਢ ਕੇ ਉਰਲੇ ਪਾਸੇ ਹੀ ਜਾੜ ਲਈਏ ਵੀ ਸਾਨੂੰ ਜਿਹਦੇ ਨਾਲ ਮੋਹ ਨਹੀਂ, ਉਹ ਮੋਹ ਜਾ ਤਿਆਗ ਦੇ ਜਾਂ ਪਾਲੇ ਪਾਸੇ ਜਾਵਾਂਗੇ। ਉਹ ਨਹੀਂ ਮੋਹ ਪਾਉਣਾ। ਬੱਸ ਨੂੰ ਜ਼ਿਆਦਾ ਆ ਜਾਂਦਾ, ਪਹਿਲਾਂ ਹੀ ਉਤਰ ਜਾਂਦੇ, ਸਟੇਸ਼ਨ ਪਹਿਲਾਂ ਹੀ ਖੜੇ ਹੋ ਜਾਂਦੇ ਵੀ ਬਸ ਛੱਡ ਦਈਏ, ਟ੍ਰੇਨ ਛੱਡ ਦਈਏ। ਜੇ ਮੰਜ਼ਿਲ ਆਉਂਦੀ ਹੈ ਟ੍ਰੇਨ ਤਾਂ ਕਾਹਤੇ ਛੱਡ ਦਿੰਦੇ, ਉਹਨੂੰ ਕਾਹਤੇ ਛੱਡ ਦਿੰਦੇ? ਅਸਲ 'ਚ ਮੰਜ਼ਿਲ ਦਾ ਪਤਾ ਹੀ ਨਹੀਂ ਹੈ, ਮੰਜ਼ਿਲ ਦੀ ਸਮਝੇ ਨਹੀਂ ਹੈ, ਮੰਜ਼ਿਲ ਦੀ ਨਹੀਂ ਸਮਝੇ। ਮੰਜ਼ਿਲ ਮੰਨ ਕੇ ਚੱਲੇ ਹੀ ਨਹੀਂ ਹੋਏ ਅਸੀਂ। ਮੰਜ਼ਿਲ ਬਣ ਕੇ ਕੀ ਚੱਲੇ ਹੋਏ ਵੀ ਨਿਆਣੇ ਵਿਆਹੁਣੇ ਨੇ ਅਜੇ, ਉਹ ਕਰਨਾ ਉਹ ਕਰਨਾ। ਮੰਜ਼ਿਲ ਤਾਂ ਹੈ। ਟਾਰਗੇਟ ਕੀ ਹੈ ਸਾਡਾ? ਟਾਰਗੇਟ ਜੰਮਦੇ ਦਾ ਹੀ ਮਿੱਥ ਹੋਊਗਾ, ਬੱਚੇ ਦਾ। ਸਾਹਿਬਜ਼ਾਦਿਆਂ ਦਾ ਟਾਰਗੇਟ ਜੰਮਦਿਆਂ ਦਾ ਮਿਥਿਆ ਸੀ ਨਹੀਂ। 7-7 ਸਾਲ 9-9 ਸਾਲ ਦੀ ਬੱਚੇ ਇਹੋ ਜਿਹਾ ਕੰਮ ਕਰਦੇ ਹੁੰਦੇ ਜਿਹੜਾ ਉਹਨੇ ਫਤਿਹਗੜ੍ਹ ਸਾਹਿਬ ਕੀਤਾ। ਇਹੋ ਜਿਹੇ ਜਵਾਬ ਦੇ ਸਕਦੇ ਨੇ? ਜੰਮਦਿਆਂ ਦਾ ਟਾਰਗੇਟ ਮਿਥਿਆ ਜਾਂਦਾ ਹੈ। ਜੇ ਸਿੱਖਾਂ ਨੇ ਸਿੱਖੀ ਫੈਲਾਉਣੀ ਹੈ, ਜੰਮਦੇ ਬੱਚਿਆਂ ਦਾ ਟਾਰਗੇਟ ਉਹਨੂੰ ਦੱਸਣਾ ਪਊ। ਟਾਰਗੇਟ ਸਾਡਾ ਹੈ ਕੀ? ਜਨਮ ਦਾ ਕਾਰਨ ਕੀ ਹੈ? ਜਨਮ ਦਾ ਕੋਈ ਟਾਰਗੇਟ ਹੈ, ਉਪਲਬਧੀ ਹੈ। ਕਾਰਨ ਹੁੰਦਾ ਉਪਲਬਧੀ ਹੈ। ਕੀ ਉਪਲਬਧੀ? ਜੇ ਬੜਾ ਅਫਸਰ ਬਣਨਾ ਜਾਂ ਬੜਾ ਐਸਾ ਕੋਈ ਗੁਣ ਹਾਸਲ ਕਰਨਾ ਜਿਹਦੇ ਨਾਲ ਜ਼ਿਆਦਾ ਪੈਸੇ ਕਮਾਉਣ, ਇਹ ਟਾਰਗੇਟ ਹੈ, ਫਿਰ ਅਸਲੀ ਟਾਰਗੇਟ ਨਹੀਂ, ਉਹ ਨਕਲੀ ਟਾਰਗੇਟ ਹੈ। ਉਹ ਦੁਨੀਆ 'ਚ ਫਸਾਉਣ ਵਾਲਾ ਟਾਰਗੇਟ ਹੈ।
ਦੁਨੀਆ 'ਚ ਰਹਿਣ ਵਾਲਾ ਟਾਰਗੇਟ ਹੈ। ਜੋ ਟਾਰਗੇਟ ਲੈ ਕੇ ਆਇਆ ਸੀ ਉਹ ਨਹੀਂ ਹੈ। ਇੱਥੇ ਦੇਖ ਕੇ ਲੋਕਾਂ ਨੂੰ ਟਾਰਗੇਟ ਬਦਲਿਆ ਸਾਡਾ ਜੋ ਲੈ ਕੇ ਆਇਆ ਸੀ। 40 ਦਿਨ ਤੱਕ ਬੱਚਾ ਆਮ ਤੌਰ ਤੇ ਝਾਕਦਾ ਨਹੀਂ ਹੈ, ਕਿਸੇ ਨਾਲ ਅੱਖ ਨਹੀਂ ਮਿਲਾਉਂਦਾ। ਛੋਟਾ ਬੱਚਾ ਹੁੰਦਾ ਜਦ ਤੇ ਝਾਕਣ ਲੱਗ ਜਾਂਦਾ, ਜਦ ਤੇ ਬਦਲ ਜਾਂਦਾ, ਆਪੇ ਹੱਸਣ ਲੱਗ ਜਾਂਦਾ। ਬਹੁਤ ਛੋਟਾ ਬੱਚਾ ਆਪੇ ਰੋਣ ਲੱਗ ਜਾਂਦਾ। ਉਦੋਂ ਤੱਕ ਉਹਦਾ ਟਾਰਗੇਟ ਉਹੀ ਹੁੰਦਾ ਜਿਹੜਾ ਲੈ ਕੇ ਆਇਆ। ਜਿਉਂ ਜਿਉਂ ਹਵਾ ਲੱਗਦੀ ਹੈ, ਲਿਵ ਛੁਟਕੀ ਲੱਗੀ ਤ੍ਰਿਸ਼। ਇਹ ਸੰਗਤ ਸਾਡੀ ਚੰਗੀ ਨਹੀਂ ਮਿਲੀ ਬੱਚਿਆਂ ਨੂੰ। ਸਾਨੂੰ ਜੰਮ ਕੇ ਜੰਮਦੀ ਸਾਰ ਸਾਨੂੰ ਸੰਗਤ ਚੰਗੀ ਨਹੀਂ ਮਿਲੀ। ਇਸ ਕਰਕੇ ਸਾਡਾ ਟਾਰਗੇਟ ਬਦਲ ਗਿਆ। ਸੰਸਾਰੀ ਟਾਰਗੇਟ ਹੈ ਸਭ ਦਾ। ਭਗਤਾਂ ਦਾ ਟਾਰਗੇਟ ਸੰਸਾਰ ਨੂੰ ਉਲਟ ਹੁੰਦਾ। ਇਸ ਕਰਕੇ ਉਹਨਾਂ ਦਾ ਇਹਨਾਂ ਨੂੰ ਮੇਲ ਹੀ ਨਹੀਂ ਖਾਂਦਾ ਟਾਰਗੇਟ। ਭਗਤਾਂ ਤੇ ਸਾਰੀਆਂ ਜੋੜ ਕੇ ਦੇਣ। ਕਦੇ ਵੀ ਜਦੋਂ ਵੀ ਭਗਤੀ ਲਹਿਰ ਪੈਦਾ ਹੁੰਦੀ ਹੈ, ਸੰਸਾਰ ਨਾਲ ਇਹਦਾ ਟਾਰਗੇਟ ਹੁੰਦਾ ਹੀ ਨਹੀਂ। ਉਹਦਾ ਪੱਛਮ ਦਾ ਟਾਰਗੇਟ ਸੰਸਾਰ ਦਾ, ਇਹਦਾ ਪੂਰਬ ਦਾ ਟਾਰਗੇਟ। ਇਹਨਾਂ ਦੀ ਗੰਗਾ ਉੱਤੋਂ ਥੱਲੇ ਨੂੰ ਆਉਂਦੀ ਹੈ, ਸਾਡੀ ਗੰਗਾ ਥੱਲੇ ਉੱਤੇ ਨੂੰ ਚੜ੍ਹਦੀ ਹੈ। ਉਲਟੀ ਗੰਗਾ ਨਾ। ਕਦੇ ਹੋ ਸਕਦਾ ਵੀ ਗੰਗਾ ਪਹਾੜਾਂ ਨੂੰ ਚੜ੍ਹ ਜਾਵੇ? ਕਮਲਾ ਹੀ ਕਹਿਣਗੇ ਅਗਲੇ, ਕਮਲਾ ਨਹੀਂ ਕਹਿਣਗੇ, ਹੋਰ ਕੀ ਕਹਿਣਗੇ। ਗਿਆਨ ਦੀ ਗੰਗਾ ਹਮੇਸ਼ਾ ਉੱਤੇ ਨੂੰ ਚੜ੍ਹਦੀ ਹੈ, ਪਾਣੀ ਦੀ ਗੰਗਾ ਹਮੇਸ਼ਾ ਥੱਲੇ ਨੂੰ ਆਉਂਦੀ। ਜੇ ਗਿਆਨ ਦੀ ਗੰਗਾ ਫਿਰ ਤਾਂ ਉੱਤੇ ਨੂੰ ਚੜੂਗੀ, ਜੋ ਗਿਆਨ ਵਧੂਗਾ। ਜੇ ਗੰਗਾ ਅਧੂਈ ਹੈ ਫਿਰ ਉੱਤੋਂ ਥੱਲੇ ਨੂੰ ਆਊਗੀ। ਸੰਸਾਰ ਦੀ ਗੰਗਾ ਜੋ ਅਸੀਂ ਲੈ ਕੇ ਆਏ ਸੀ, ਅਕਲ ਉਹਦਾ ਨਾਸ ਕਰ ਰਹੀ ਹੈ, ਥੱਲੇ ਨੂੰ ਆ ਰਹੀ ਹੈ। ਇਹਨੂੰ ਨਰਕ ਕਹਿੰਦੇ ਨੇ, ਥੱਲੇ ਨੂੰ ਆਉਣਾ। ਕਿੰਨੇ ਉੱਚੇ ਥਾਂ ਤੇ ਬਾਰਿਸ਼ ਹੋ ਕੇ ਬਰਫ਼ ਪਿਘਲ ਕੇ ਥੱਲੇ ਆ ਜਾਂਦੀ ਹੈ ਸਮੁੰਦਰ 'ਚ। ਨੀਵੇਂ ਥਾਂ ਆ ਗਈ, ਅਕਲ ਨੀਵੇਂ ਥਾਂ ਚਲੀ ਗਈ, ਨਿਵਾਣ ਵੱਲ ਨੂੰ ਚਲੀ ਗਈ। ਪਾਣੀ ਚੱਲੇ ਨਿਵਾਣ ਨੂੰ, ਮਨਮੁਖ ਚੱਲੇ ਨਿਵਾਣ ਨੂੰ। ਮਨਮੁਖ ਵੀ ਨਿਵਾਣ ਨੂੰ ਜਾਂਦਾ ਹੈ। ਮਨ ਹਮੇਸ਼ਾ ਨਿਵਾਣ ਨੂੰ ਜਾਂਦਾ, ਸੌਖਾ ਜਾਣਾ। ਇਸ ਕਰਕੇ ਉਹ ਕਹਿੰਦੇ ਧਰਮ ਨੂੰ ਸੌਖਾ ਕਰੋ। ਸੌਖਾ ਤਾਂ ਨਿਵਾਣ ਨੂੰ ਜਾਣਾ ਹੁੰਦਾ, ਉੱਤੇ ਨੂੰ ਜਾਣਾ ਤਾਂ ਔਖਾ। ਗਿਆਨ ਹਾਸਲ ਕਰਨਾ ਔਖਾ ਹੈ, ਚਾਹੇ ਸੰਸਾਰ ਦਾ ਵੀ ਹੋਵੇ। ਸੁਰਤ ਨੂੰ ਕਾਫੀ ਪਾਸਿਆਂ ਤੋਂ ਮੋੜ ਕੇ ਤਾਂ ਗਿਆਨ ਹਾਸਲ ਹੁੰਦਾ। ਜਿਹੜੇ ਬੱਚਿਆਂ ਦਾ ਖੇਲਣ ਨੂੰ, ਕੁੱਦਣ ਨੂੰ ਹੋਰ ਜੀ ਕਰਦਾ, ਉਹ ਪੜ੍ਹ ਨਹੀਂ ਸਕਦੇ। ਫਿਰ ਮਨ ਨੂੰ ਉਹਨਾਂ ਨੂੰ ਵੀ ਮਾਰਨਾ ਪੈਂਦਾ, ਮੋੜਨਾ ਪੈਂਦਾ ਪੜ੍ਹਨ ਵਾਸਤੇ, ਗਿਆਨ ਲੈਣ ਵਾਸਤੇ। ਸਾਨੂੰ ਇਹ ਗੱਲਾਂ ਦਸੀਆਂ ਨਹੀਂ ਹੋਈਆਂ। ਸਾਨੂੰ ਤਾਂ ਇਹ ਦੱਸਿਆ ਹੋਇਆ ਵੀ ਸਾਲ ਭਰ ਪੜ੍ਹੇ ਚਾਹੇ ਨਾ ਪੜ੍ਹੇ, ਗੁਰਦੁਆਰੇ ਮੱਥਾ ਟੇਕਿਆ, ਪਰਚਾ ਵਧੀਆ ਹੋ ਜਾਊਗਾ। ਫਿਰ ਗਾਹ ਨੂੰ ਪੜ੍ਹਨ ਦੀ ਲੋੜ ਕੀ ਹੈ? ਟਾਰਗੇਟ ਨਹੀਂ ਦੱਸਿਆ ਕਿਸੇ ਨੇ ਕੀ ਹੈ, ਜਾਂ ਟਾਰਗੇਟ ਹੈ ਨਹੀਂ। ਟਾਰਗੇਟ ਬਦਲ ਲਿਆ, ਟਾਰਗੇਟ ਕਰ ਲਿਆ ਰਾਜ। ਰਾਜ ਕਰੇਗਾ ਖਾਲਸਾ, ਬਦਲ ਲਿਆ ਟਾਰਗੇਟ। ਉਹ ਟਾਰਗੇਟ ਜਿਹੜਾ ਅਸੀਂ ਬਦਲ ਲਿਆ ਸੀ ਨਾ, ਰਾਜ ਕਰੇਗਾ ਖਾਲਸਾ, ਇਹਦਾ ਜੇ ਤਾਂ ਅਰਥ ਲਾਉਂਦੇ ਅਸੀਂ ਅਵਿਨਾਸ਼ੀ ਰਾਜ ਵਾਲਾ। ਅਵਿਨਾਸ਼ੀ ਰਾਜ ਸਮਝ ਕੇ ਟਾਰਗੇਟ ਇਹ ਨਾਰਾ ਲਾਉਂਦੇ, ਫਿਰ ਤਾਂ ਗੱਲ ਠੀਕ ਸੀ। ਹੁਣ ਇਹਦੇ ਅਰਥ ਰੱਖੇ ਅਸੀਂ ਸੰਸਾਰੀ ਰਾਜ, ਸੰਸਾਰੀ ਖਾਲਸਾ। ਤੇ ਉਹ ਟਾਰਗੇਟ ਜੇ ਸੰਸਾਰੀ ਰਾਜ ਦਾ ਰਿਜ਼ਲਟ ਅੱਜ ਸਾਡੀ ਸਿੱਖੀ ਹੈ। ਅੱਜ ਸਿੱਖੀ ਜੋ ਸਾਡੇ ਕੋਲ ਹੈ, ਉਹ ਸੰਸਾਰੀ ਟਾਰਗੇਟ ਜਿਹੜਾ ਅਸੀਂ ਮਿਥ ਲਿਆ ਸੰਸਾਰੀ ਰਾਜ ਦਾ, ਜਿਹਨੂੰ ਕਿਹਾ ਸੀ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ। ਇਹ ਟਾਰਗੇਟ ਵੀ ਝੂਠਾ ਸੀ ਸਾਡਾ। ਸੱਚਾ ਟਾਰਗੇਟ ਛੱਡ ਕੇ ਝੂਠਾ ਟਾਰਗੇਟ ਬਣਾ ਲਿਆ। ਸੱਚਾ ਟਾਰਗੇਟ ਕੀ ਸੀ? ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ। ਜੇ ਮੁਕਤੀ ਮਿਲ ਵੀ ਗਈ, ਨਹੀਂ ਚਾਹੁੰਦਾ ਅੱਗੇ ਜਾਣਾ, ਜਿਹੜੀ ਮੰਜ਼ਿਲ ਛੱਡ ਕੇ ਅਸੀਂ ਅੱਗੇ ਜਾਣਾ ਹੋਵੇ।
ਜੇ ਚਾਹੁੰਦੇ ਆ ਤਾਂ ਉੱਥੇ ਜੁੜੇ ਹੋਏ ਆ, ਉੱਥੇ ਖੜ ਜਾਂਗੇ। ਛੱਡ ਉਹ ਚੀਜ਼ ਨੂੰ ਸਕਦੇ ਆ ਜਿਹਨੂੰ ਅਸੀਂ ਚਾਹੁੰਦੇ ਨਾ ਹੋਈਏ। ਜਿਨ੍ਹਾਂ ਅੰਦਰ ਕੇਵਲ ਮੁਕਤੀ ਦੀ ਇੱਛਾ ਹੁੰਦੀ ਹੈ ਉਹ ਮੁਕਤੀ ਤੋਂ ਬਾਹਰ ਨਹੀਂ ਜਾਣਗੇ ਕਦੇ ਵੀ। ਜਿਨ੍ਹਾਂ ਅੰਦਰ ਮੁਕਤੀ ਦੀ ਇੱਛਾ ਨਹੀਂ ਹੁੰਦੀ, ਅੱਗੇ ਦੀ ਇੱਛਾ ਹੁੰਦੀ ਹੈ, ਉਹਨਾਂ ਨੇ ਮੁਕਤੀ ਵਾਲਾ ਪਥ ਛੱਡ ਕੇ ਗਾਂਹ ਜਾਣਾ ਹੁੰਦਾ। ਮੁਕਤੀ ਅਧ ਵਿਚਾਲੇ ਦਾ ਟਾਰਗੇਟ ਹੈ, ਇੱਕ ਪੜਾਅ ਹੈ ਮੁਕਤੀ। ਸਿਰਫ ਮੁਕਤੀ ਕੀ ਹੈ? ਮਾਇਆ ਦਾ ਮੋਹ ਤਿਆਗਤਾ, ਸਿਰਫ ਇਹ ਮੁਕਤੀ ਹੈ। ਮਾਇਆ ਦਾ ਮੋਹ ਤਿਆਗਤਾ ਮੁਕਤੀ ਹੈ। ਮਾਇਆ ਦੀ ਭੁੱਖ ਤਿਆਗਤੀ ਹੈ ਮੁਕਤੀ ਹੈ। ਸੰਤੋਖ ਧਾਰਨ ਕਰ ਲਿਆ ਮੁਕਤੀ ਹੈ। ਆਪਣੇ ਮੂਲ ਚ ਸਮਾ ਇੱਕ ਹੋਏ ਤਾਂ ਉਗਵੇ। ਇੱਕ ਤਾਂ ਹੈ ਪਰ ਉਗਿਆ ਨਹੀਂ। ਮੁਕਤੀ ਵਾਲਾ ਇੱਕ ਤਾਂ ਹੈ, ਸਾਬਤ ਸੂਰਤ ਦਾ ਹੋ ਗਿਆ, ਪਰ ਦਸਤਾਰ ਸਰਾ ਨਹੀਂ ਹੈ। ਸਿਰ ਤੇ ਹੱਥ ਨਹੀਂ ਆਇਆ, ਹੁਕਮ ਨਹੀਂ, ਹੁਕਮ ਪ੍ਰਗਟ ਨਹੀਂ ਹੋਇਆ, ਹੁਕਮ ਨਹੀਂ ਬੁਝਿਆ ਜੇ। ਮਾਇਆ ਸਮਝ ਲਈ, ਮਾਇਆ ਪਤੀ ਨਹੀਂ ਸਮਝੇ। ਮਾਇਆ ਦਾ ਸਮਝ ਲਈ, ਮਾਇਆ ਦੇ ਨੁਕਸ ਵੀ ਸਮਝ ਲਏ, ਮਾਇਆ ਦਾ ਨੁਕਸਾਨ ਵੀ ਸਮਝ ਲਿਆ, ਮਾਇਆ ਨੂੰ ਤਿਆਗ ਵੀ ਦਿੱਤਾ, ਪਰ ਮਾਇਆ ਪਤੀ ਨਹੀਂ ਸਮਝਿਆ ਜੇ। ਜੁੜਨਾ ਮਾਇਆ ਪਤੀ ਨਾਲ ਹੈ। ਮਾਇਆ ਛੱਡ ਦਿੱਤੀ, ਜੁੜਨਾ ਹੈ ਜਿਹਦੇ ਨਾਲ ਉਹ ਨਹੀਂ ਸਮਝੇ ਜਾਣਿਆ। ਮਾਇਆ ਛੱਡ ਕੇ ਜੁੜਨਾ ਕਿੱਥੇ, ਉਹ ਨਹੀਂ। ਸੰਤੋਖ ਤੱਕ ਦੀ ਗੱਲ, ਮੁਕਤੀ ਤੱਕ ਦੀ ਗੱਲ ਹੈ ਸਾਰੀਆਂ ਮੱਤਾਂ 'ਚ। ਉਦੋਂ ਗਾਹਾਂ ਦੀ ਗੱਲ ਸਰਬ ਗੁਰਮਤਿ 'ਚ ਹੈ, ਹੋਰ ਕਿਤੇ ਵੀ ਨਹੀਂ। ਮੁਕਤ ਤੱਕ ਦੀ ਗੱਲ ਹੈ ਸਾਰੀਆਂ ਮੱਤਾਂ ਵਿੱਚ। ਧਰਮ ਅਰਥ ਕਾਮ ਮੋਖ ਬੰਦ ਹੈ, ਰਸਤੇ ਬੰਦ ਹੋ ਗਿਆ ਗਾਹਾਂ ਜਾ ਕੇ। ਧਰਮ ਅਰਥ ਕਾਮ ਮੋਖ ਮੁਕਤ ਤੇ ਗਾਹਾਂ ਗੱਲ ਕਿੱਥੇ? ਇਸ ਕਰਕੇ ਛੁਟਕਾਰਾ ਉੱਥੇ ਜਾ ਕੇ ਨਹੀਂ ਹੁੰਦਾ। ਜੋ ਛੁਟਕਾਰਾ ਉੱਥੋਂ ਹੁੰਦਾ ਸੱਚਖੰਡ 'ਚ ਪਹੁੰਚ ਕੇ ਛੁਟਕਾਰਾ ਹੋਣਾ। ਧਰਮ ਅਰਥ ਕਾਮ ਮੋਖ ਤਾਂ ਵਿੱਚ ਹੀ ਆ ਜੋ ਮਾਇਆ ਦੇ। ਇੱਕ ਹੋਏ ਤਾਂ ਉਗਵੇ, ਸੁਰਤ ਸ਼ਬਦ ਭਵ ਸਾਗਰ ਤਰੀਆ। ਭਵ ਸਾਗਰ ਦੇ ਵਿੱਚ ਹੈ ਪਰ ਇੱਕ ਹੈ। ਸਾਬਤ ਹੋ ਕੇ ਭਵ ਸਾਗਰ 'ਚ। ਭਰਮ ਦੇ ਅੰਡੇ ਚੋਂ ਤਾਂ ਬਾਹਰ ਨਹੀਂ ਆਇਆ ਨਾ। ਫੂਟੋ ਅੰਡਾ ਭਰਮ ਕਾ ਬਨੇ ਪਿਆ ਪ੍ਰਗਾਸਾ। ਅਜੋ ਮੁਕਤੀ ਤੋਂ ਗਾਹਾਂ ਕੀ ਹੈ? ਇਹਦਾ ਗਿਆਨ ਇਹ ਨਹੀਂ। ਭਰਮ ਤਾਂ ਹੋ ਗਿਆ ਨਾ। ਮੁਕਤੀ ਤੋਂ ਗਾਹਾਂ ਵੀ ਕੁਛ ਹੈ, ਇਹਦਾ ਤਾਂ ਪਤਾ ਹੀ ਕੁਛ ਨਹੀਂ। ਗੁਰਬਾਣੀ ਇਸ ਕਰਕੇ ਕੋਈ ਰਸਤਾ ਹੈ ਗਾਹਾਂ ਜਾ ਕੇ। ਫਿਰ ਮੁਕਤੀ ਤੱਕ ਦੇ ਰਸਤੇ ਸਾਰੇ ਦੱਸਦੇ ਨੇ। ਤਾਂ ਹੀ ਕਿ ਜਿੱਤ ਦੁਆਰੇ ਉਭਰੇ ਤੇ ਲਈ ਉਵਾਰ। ਉਹ ਉਭਰੇ ਨੇ, ਡੁੱਬੇ ਹੋਏ ਉਭਰੇ ਨੇ, ਬਾਹਰ ਆਏ ਨੇ ਡੁੱਬੇ ਹੋਏ, ਲੇਕਿਨ ਹੈ ਭਵ ਸਾਗਰ ਦੇ ਵਿੱਚ ਉਭਰੇ ਨੇ। ਸਿਰਫ ਸਾਹ ਆਉਂਦਾ ਹੈ, ਇੰਨੇ ਉਭਰੇ ਨੇ, ਬਾਕੀ ਦਾ ਹਿੱਸਾ ਵਿੱਚ ਹੀ ਹੈ। ਉੱਭਰਨਾ ਹੋਰ ਚੀਜ਼ ਹੈ, ਭਵ ਸਾਗਰ ਦੇ ਉੱਪਰ ਤਰਨਾ ਹੋਰ ਚੀਜ਼ ਹੈ। ਵੀ ਸਾਹ ਆਉਣ ਲੱਗ ਗਿਆ, ਡੁੱਬਿਆ ਹੋਇਆ ਹੈ ਨਹੀਂ, ਉਹ ਗੱਲ ਹੋਰ ਹੈ। ਪਾਣੀ ਦੇ ਉੱਤੇ ਆ ਗਿਆ ਬਿਲਕੁਲ ਤਰਦਾ ਹੈ, ਉਹ ਗੱਲ ਹੋਰ ਹੈ। ਪਹਿਲਾਂ ਕਹਿੰਦਾ ਬੂਢਾ ਤਾਂ ਪਰ ਉਭਰਿਆ, ਗੁੜ ਕੀ ਲਹਿਰ ਚ ਬਕ। ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਾਸੇ ਦਾ। ਮੁਕਤੀ ਤੱਕ ਦਾ ਵੀ ਗਿਆਨ ਨਹੀਂ ਹੈ ਉੱਥੇ। ਮੁਕਤੀ ਸਿਰਫ ਉਭਰਿਆ ਹੋਇਆ, ਮੁਕਤੀ ਤੋਂ ਗਾਹਾਂ ਕੁਛ ਨਹੀਂ ਹੈ ਉਹਨਾਂ ਨੂੰ ਪਤਾ। ਇੱਥੇ ਮੁਕਤੀ ਜਿਹੜੀ ਹੈਗੀ ਉਹ ਬੈਰਾਗ ਨੂੰ ਬੜਾ ਮੰਨਦੇ ਨੇ। ਬੈਰਾਗ ਇਹ ਮੁਕਤੀ ਹੈ। ਇੱਥੇ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ। ਇਹ ਹੈ ਮੁਕਤੀ ਤਿਆਗੀ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਮੁਕਤੀ ਦੇ ਪਦ ਨੂੰ ਮਿਰਤੀ ਦਾ ਪਦ ਮੰਨਦੇ ਨੇ ਇਹ ਸਾਰੇ। ਜਿਉਂਦੇ ਮਰਨਾ, ਜੀਵ ਤੇ ਮਰੀਏ,
ਪਰ ਮਰ ਕੇ ਫਿਰ ਜਨਮ ਨਹੀਂ ਲੈਣਾ। ਮਰਿਆ ਫਿਰ ਜਨਮ ਹੈ, ਸ਼ਬਦ ਮਰਾ ਮਰਿਆ ਫੁੱਲ ਜੀਵ ਹੈ, ਤਾਂ ਫਿਰ ਮਰਨ ਨਾ ਹੋਈ। ਉਹ ਮਰਿਆ ਫੁੱਲ ਜੀਵੇ ਵਾਲੀ ਗੱਲ ਕਿਤੇ ਨਹੀਂ ਹੈ ਸਿਵਾਏ ਗੁਰਬਾਣੀ ਤੇ। ਇਹ ਨਹੀਂ ਹੈਗੀ ਕਿਤੇ ਵੀ, ਕਿਸੇ ਮੱਤ 'ਚ ਵੀ ਨਹੀਂ ਹੈ, ਗੀਤਾ 'ਚ ਵੀ ਨਹੀਂ ਹੈ। ਇਸੇ ਕਰਕੇ ਇਹਨੂੰ ਵਡਿਆਈ ਕਹਿੰਦੇ ਨੇ। ਇਹ ਗੱਲ ਅਲੱਗ ਆ ਵੀ ਸਾਨੂੰ ਪਤਾ ਨਹੀਂ ਇਸ ਗੱਲ ਦਾ, ਅਸੀਂ ਸਮਝੀ ਨਹੀਂ ਇਹ ਗੱਲ ਵੀ ਗੱਲ ਕੀ ਹੈ। ਕਿਉਂ ਗੁਰਮਤ ਗਾਹਾਂ ਸਾਰਿਆਂ ਨੂੰ, ਕਿਉਂ ਇਹ ਸ੍ਰੇਸ਼ਟ ਹੈ? ਇਹਦੇ 'ਚ ਪੂਰਾ ਧੁਰ ਤੱਕ ਦਾ ਗਿਆਨ ਹੈ, ਕਿਉਂਕਿ ਧੁਰਕੀ ਬਾਣੀ ਹੈ। ਧੁਰਕੀ ਬਾਣੀ ਦਾ ਮਤਲਬ ਨਹੀਂ ਵੀ ਧੁਰੋਂ ਆਈ ਹੋਈ ਹੈ, ਇਹ ਧੁਰ ਲਿਜਾਣ ਵਾਲੀ ਹੈ। ਧੁਰ ਤੱਕ ਦਾ ਗਿਆਨ ਹੈ ਇਹਦੇ ਵਿੱਚ, ਐਂਡ ਤੱਕ ਦਾ ਗਿਆਨ ਹੈ। ਉਦੋਂ ਗਾਹਾਂ ਲੋੜ ਨਹੀਂ ਕਿਸੇ ਦੀ। ਜਿਹੜੇ ਦੂਏ ਗਿਆਨ ਨੇ ਉਹ ਧੁਰ ਤੱਕ ਦੇ ਗਿਆਨ ਨਹੀਂ, ਸੰਤੋਖ ਤੱਕ ਦੇ ਗਿਆਨ, ਉਹ ਇੱਕ ਪੜਾਅ ਤੱਕ ਦੇ ਗਿਆਨ ਨੇ। ਰਹੂਗਾ ਮਾਇਆ ਦੇ ਵਿੱਚ, ਪਰ ਮਾਇਆ 'ਚ ਡੁੱਬਿਆ ਨਹੀਂ ਹੋਇਆ, ਸਾਹ ਆਉਂਦਾ ਬਸ। ਮਾਇਆ 'ਚ ਬਾਹਰ ਨਹੀਂ ਨਿਕਲਿਆ, ਨਿਕਲ ਨਹੀਂ ਸਕਦਾ, ਦੁਬਾਰਾ ਨਹੀਂ ਮਰਦਾ। ਦੇਵਲੋਕ ਦੇ ਵਿੱਚ ਉਹ ਰਹਿੰਦਾ, ਪਰ ਟਾਈਮ ਤੇ ਫਿਰ ਆ ਕੇ ਉਹਨੂੰ ਇੱਕ ਵਾਰੇ ਜਨਮ ਹੁੰਦਾ, ਜਦੋਂ ਰੁੱਤ ਆਉਂਦੀ ਹੈ। ਰੁੱਤ ਆਉਂਦੀ ਹੈ ਫਿਰ ਜਨਮ ਹੁੰਦਾ, ਜਦੋਂ ਇੱਥੇ ਪ੍ਰਗਟ ਹੁੰਦੀ ਹੈ ਗੁਰਮਤ, ਉਦੋਂ ਉਹ ਜਨਮ ਲੈਂਦਾ। ਉਹ ਸਾਰੇ ਗੁਰਮਤ ਦੇ ਧਾਰਨੀ ਇੱਕਦਮ ਹੋ ਜਾਂਦੇ ਇਕੱਠੇ। ਬਸ ਉਹਨੇ ਕੁ ਮੰਨਦੇ ਹੁੰਦੇ ਨੇ ਉਹ ਸਾਰੇ, ਇਸ ਕਰਕੇ ਭਗਤ ਸਾਰੇ ਇਕੱਠੇ ਹੀ ਹੋਏ ਨੇ ਨਾ, ਇਕੱਠੇ ਹੀ। ਬਸ ਐ ਇਕੱਠੇ ਹੀ ਹੁੰਦੇ ਨੇ ਬੰਦੇ, ਇਕੱਠੇ ਹੋਈ ਜਾਂਦੇ ਨੇ, ਜਾਂ ਕਿਸ਼ਤੀ ਬੇੜੇ ਜੋਗੇ ਹੋ ਜਾਂਦੇ ਨੇ। ਬੇੜਾ ਆਉਂਦਾ ਚੜਾ ਕੇ ਪਾਰ ਕਰ ਦਿੰਦਾ, ਉਹਨਾਂ ਚਿਰ ਬੈਠੇ ਰਹਿੰਦੇ ਨੇ। ਉਹ ਇੰਤਜ਼ਾਰ ਹੀ ਕਰਨਾ ਹੁੰਦਾ ਹੈ। ਕੱਲੇ ਕੱਲੇ ਬੰਦੇ ਵਾਸਤੇ ਨਹੀਂ ਬੇੜਾ ਆਉਂਦਾ ਹੈ। ਕਹਿੰਦੇ ਕੋਈ ਨਹੀਂ, ਇਕੱਠੇ ਹੋ ਜਾਂਦੇ ਸਵਾਰੀਆਂ, ਬਹਿ ਜਾਓ ਤੁਸੀਂ, ਸਾਹ ਲੈ ਲਓ। ਹਾਂ ਠੱਠਾ ਇਹ ਦੂਰ ਠਗ ਨੀਰਾ। ਇਹ ਜਿਹੜਾ ਠੱਗ ਨੀਰਾ, ਸੰਸਾਰ ਠੱਗ ਨੀਰਾ, ਇਹਦੇ ਬਚ ਕੇ ਰਹੋ, ਦੂਰ ਰਹੋ। ਥੋੜਾ ਜਿਹਾ ਦੂਰੀ ਬਣਾ ਕੇ ਰੱਖੋ, ਵਿੱਚ ਰਹਿੰਦੇ ਹੋਏ ਵੀ ਦੂਰੀ ਬਣਾ ਕੇ ਰੱਖੋ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਇਹ ਜਿਹੜਾ ਇਹ ਠੱਗ ਨੀਰਾ ਹੈ। ਨੀਰਾ ਪਾਣੀ ਨੂੰ ਕਹਿੰਦੇ ਨੇ। ਇੱਕ ਕਿਸਮ ਦਾ ਨਹੀਂ ਹੈਗਾ, ਇਹ ਗਿਆਨ ਨੂੰ ਵੀ ਕਹਿੰਦੇ ਨੇ। ਜਿਹੜਾ ਅੰਮ੍ਰਿਤ ਹੁੰਦਾ ਨਾ, ਨੀਰਾ ਗਿਆਨ ਨੂੰ ਵੀ ਕਹਿੰਦੇ ਨੇ। ਪਾਣੀ ਅੰਮ੍ਰਿਤ ਨਹੀਂ ਹੁੰਦਾ, ਗਿਆਨ ਅੰਮ੍ਰਿਤ। ਠੱਗਾਂ ਦਾ ਜਿਹੜਾ ਗਿਆਨ ਉਹ ਤੋਂ ਵੀ ਬਚ ਕੇ ਰਹਿਣਾ, ਜਿਹੜਾ ਸੰਸਾਰ ਨਾਲ ਜੋੜਦਾ। ਸੰਸਾਰ ਨਾਲ ਜੋੜਨ ਵਾਲਾ ਗਿਆਨ ਹੈ ਜਿਹੜਾ, ਉਹ ਤੋਂ ਬਚ ਕੇ ਰਹੋਗੇ ਤਾਂ ਹੀ ਸੰਸਾਰ ਤੋਂ ਬਚਿਆ ਜਾ ਸਕਦਾ। ਗੱਲ ਤਾਂ ਸੰਸਾਰ ਨਾਲ ਜੋੜ ਦੇਣਗੇ, ਹੋਰ ਬਥੇਰੇ ਬੈਠੇ ਨੇ ਜੋੜਨ। ਨੀਠ ਨੀਠ ਮਨ ਕੀਆ ਧੀਰਾ। ਇਸ ਕਰਕੇ ਨੀਠ ਹੁੰਦਾ, ਇਹ ਨੀਠ ਹੈਗਾ ਯੂਪੀ ਦਾ ਲਫ਼ਜ਼। ਨੀਠ ਕਹਿੰਦੇ ਨੇ ਬੜੀ ਕੋਸ਼ਿਸ਼ ਨਾਲ, ਬੜੀ ਔਖੇ ਹੋ ਕੇ, ਮਨ ਨਾਲ ਬੜਾ ਝਗੜਾ ਕਰਕੇ, ਮਨ ਨੂੰ ਬੜਾ ਮੁਸ਼ਕਲ ਨਾਲ ਬਣਾ ਕੇ ਤਾਂ ਮਨ ਨੂੰ ਧੀਰਾ ਕੀਤਾ। ਇਹ ਤਾਂ ਛਾਲਾਂ ਮਾਰਦਾ ਸੀ ਬਹੁਤ, ਸੁਰਤ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਿਤੇ ਖੜਨ ਵਾਲੀ ਚੀਜ਼ ਸੀ। ਇਹਨੂੰ ਧੀਰਾ ਕੀਤਾ, ਇਹਨੂੰ ਧੀਰਜ ਦਿੱਤਾ, ਧੀਰਜ ਦਿੱਤਾ ਇਹਨੂੰ ਹੌਲੀ ਹੌਲੀ। ਵੀ ਤੇਰੇ ਛਾਲਾਂ ਮਾਰਨਾ ਕੁਛ ਨਹੀਂ ਫਾਇਦਾ, ਇਹ ਤਾਂ ਜੋ ਕੁਛ ਹੋ ਰਿਹਾ ਹੁਕਮ ਨਾਲ ਹੋ ਰਿਹਾ। ਜਦ ਇਹਨੂੰ ਨਾਲ ਦੀ ਨਾਲ ਸਮਝਾਉਂਦੇ ਚਲੇ ਗਏ, ਦੇਖਦਾ ਰਿਹਾ ਤਜਰਬੇ 'ਚੋਂ, ਤਾਂ ਮਨ ਧੀਰਾ ਹੋਇਆ। ਤਜਰਬੇ ਤੋਂ ਬਿਨਾਂ ਮਨ ਧੀਰਾ ਨਹੀਂ ਹੁੰਦਾ। ਪਰਖੇ ਗੁਰ ਕੀ ਬਾਤ ਖਰੀ। ਜਿੰਨਾ ਚਿਰ ਤੁਸੀਂ ਗੁਰਬਾਣੀ ਨੂੰ ਲੈ ਕੇ ਪਰਖਦੇ ਨਹੀਂ, ਉਹਨਾਂ ਚਿਰ ਮਨ ਕਦੇ ਨਹੀਂ ਮੰਨਦਾ। ਸੁਣ ਕੇ ਨਹੀਂ ਮਨ ਮੰਨਦਾ ਕਦੇ ਵੀ। ਸੁਣ ਲੂਗਾ ਔਰ ਮੰਨ ਲੂਗਾ, ਜਦ ਮੰਨੂਗਾ ਪਰਖ 'ਚੋਂ ਮੰਨੂਗਾ ਵੀ ਕੀ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ। ਇਸ ਨੂੰ ਪਰਖ ਲਵੇ, ਕਿਸੇ ਨੂੰ ਪਰਖ ਲਓ।
ਬਸ ਕੋਈ ਗੱਲ ਬਥੇਰੀ ਹੈ ਪਰਖਣ ਵਾਲੀ ਵੀ ਜੋ ਕੁਝ ਸਾਡੇ ਨਾਲ ਕੀਤਾ ਕੀ ਉਹ ਭਲੇ ਵਾਸਤੇ ਸੀ ਸਾਡੇ ਜਾਂ ਬੁਰੇ ਵਾਸਤੇ ਸੀ। ਜੇ ਤਾਂ ਬੁਰਾ ਵੀ ਸਾਨੂੰ ਜਿਹੜਾ ਲੱਗਦਾ ਸੀ ਉਹ ਭਲੇ ਵਾਸਤੇ ਹੀ ਸੀ, ਸਾਨੂੰ ਉਸ ਵੇਲੇ ਨਹੀਂ ਚੰਗਾ ਲੱਗਿਆ ਚਾਹੇ। ਪਰ ਗੁਰਬਾਣੀ ਕਹਿੰਦੀ ਹੈ ਜੋ ਕੁਝ ਕਰੇ ਸੋ ਭਲਾ ਕਰ ਮਾਨੀਏ। ਚੰਗਾ ਕਿਉਂ ਨਹੀਂ ਲੱਗਿਆ? ਹਿਕਮਤ ਹੁਕਮ ਕਰਕੇ ਨਹੀਂ ਚੰਗਾ ਲੱਗਿਆ, ਸਾਡੀ ਆਪਣੀ ਬੁੱਧੀ ਨੇ ਨਹੀਂ ਚੰਗਾ ਲੱਗਣ ਦਿੱਤਾ, ਸਾਡੀ ਆਪਣੀ ਸੋਚ ਦੀ ਹਿਕਮਤ ਹੁਕਮ ਚੁਕਾਈ ਹੈ, ਆਪਣੀ ਮਰਜ਼ੀ ਔਰ ਆਪਣੀ ਹਿਕਮਤ ਅਕਲ ਇਹਨੂੰ ਪਾਸੇ ਕਰਕੇ ਰੱਖ ਦੋ ਤਾਂ ਬਾਣਾ ਮਿੱਠਾ ਲੱਗੂ, ਨਹੀਂ ਲੱਗਣਾ ਨਹੀਂ। ਸਾਡੀ ਅਕਲ ਨੇ ਨਹੀਂ ਲੱਗਣ ਦਿੱਤਾ ਮਿੱਠਾ। ਕੀ ਉਹ ਸਾਡੀ ਅਕਲ ਨੇ ਉਹਨੂੰ ਰੱਦ ਕਰ ਦਿੱਤਾ, ਮੇਰੇ ਫਾਇਦੇ 'ਚ ਨਹੀਂ ਹੈ? ਕੀ ਉਹ ਫਾਇਦੇ ਥਾ ਜਾਂ ਨਹੀਂ ਥਾ? ਜਿੰਨਾ ਚਿਰ ਤਜਰਬਾ ਨਹੀਂ ਕਰਦਾ ਉਹਨਾਂ ਚਿਰ ਮਨ ਨਹੀਂ ਮੰਨਦਾ। ਬਾਣੀ ਸੁਣ ਕੇ ਇਹਦੀ ਵਿਆਖਿਆ ਸੁਣ ਕੇ ਸਮਝ ਕੇ ਕੋਈ ਮੰਨ ਲੂ, ਬਿਲਕੁਲ ਗਲਤ ਹੈ। ਤਜਰਬੇ 'ਚੋਂ ਮੰਨ, ਪਰਖ ਕੇ ਮੰਨਦਾ। ਜੇ ਪਰਖੂਗਾ ਜਿਹੜਾ ਉਹ ਮੰਨ ਲੂ, ਜਿਹੜਾ ਨਹੀਂ ਪਰਖਦਾ ਉਹ ਨਹੀਂ ਮੰਨਦਾ। ਪਰਖ ਕੇ ਮੰਨਦਾ। ਜਿਨੀ ਠੱਗੀ ਠੱਗਿਆ ਸਗਲ ਜਗ ਖਾਵਾ। ਜਿਹਨੇ ਇਹ ਸਾਰਾ ਸੰਸਾਰ ਠੱਗ ਕੇ ਖਾ ਲਿਆ। ਖਾ ਕੌਣ ਜਾਂਦਾ? ਇਹ ਕੁਗਿਆਨ ਖਾ ਗਿਆ। ਜਿਹੜਾ ਕੁਗਿਆਨ ਹੈ ਨਾ, ਉਲਟਾ ਗਿਆਨ, ਕਬੁੱਧ, ਠੱਗ ਨੀਰਾ ਹੀ ਹੋ ਕੁਗਿਆਨ। ਸੰਸਾਰ ਨਾਲ ਜੋੜਨਾ, ਇਹ ਅਰਥ ਕਰ ਦੇਣਾ ਪੁੱਤੀ ਕੱਢ ਪਵੇ ਸੰਸਾਰ, ਸਿਫਤੀ ਕੱਢ ਪਵੇ ਦਰਬਾਰ, ਇਹਦੇ ਅਰਥ ਛੱਡ ਦੇਣੇ। ਲੋ ਜੀ, ਪੁੱਤਰਾਂ ਦੇ ਬਿਨਾਂ ਤਾਂ ਸੰਸਾਰ ਤੁਹਾਡਾ ਕੁਝ ਹੈ ਹੀ ਨਹੀਂ। ਲੈ ਲਓ, ਜੋੜਤੇ ਨਾ, ਫਸਾਤੇ ਨਾ ਉਹਦੇ ਵਿੱਚ। ਇਹ ਠੱਗ ਨਹੀਂ ਰਿਹਾ, ਇਹ ਠੱਗਾਂ ਦਾ ਗਿਆਨ ਹੈ। ਗੁਰਬਾਣੀ ਦਾ ਗਿਆਨ ਇਹ ਸੀ, ਕਹਿੰਦੇ ਜੇ ਤਾਂ ਪੁੱਤਰਾਂ ਦੇ ਨਾਲ ਜੁੜਨਾ ਤਾਂ ਸੰਸਾਰ ਨਾਲ ਜੁੜੇ ਰਹੋਗੇ ਭਾਈ। ਸੰਸਾਰ ਚੋਂ ਨਹੀਂ ਛੁੱਟ ਸਕਦੇ, ਸੰਗਲ ਮੋਟੇ ਪੈ ਜਾਣਗੇ। ਸੰਸਾਰ ਨਾਲ ਹੋਰ ਗੰਢ ਪੈ ਜੂਗੀ ਮਜ਼ਬੂਤ। ਇਹ ਪਾਉਣੀ ਇਹ ਪਾ ਲਓ। ਜੇ ਸੰਸਾਰ ਨਾਲੋਂ ਗੰਢ ਨਹੀਂ ਪਾਉਣੀ, ਕਰਤਾਰ ਨਾਲ ਪਾਉਣੀ ਹੈ, ਦਰਬਾਰ ਨਾਲ ਪਾਉਣੀ ਹੈ, ਤਾਂ ਸਿਫਤੀ ਗੰਢ ਪਵੇ ਦਰਬਾਰ, ਤਾਂ ਉਹਦੀ ਸਿਫਤ ਸਲਾਹ ਕਰੋ, ਉਹਦੇ ਨਾਲ ਗੰਢ ਪੈ ਜੂਗੀ। ਕਿਹਾ ਸੀ ਇਹ ਗੱਲ, ਅਰਥ ਬਣਾ ਲਏ ਦੋਏ। ਉਹ ਠੱਗ ਨੀਰਾ ਸੀ, ਉਹ ਇਸੇ ਨੂੰ ਠੱਗ ਨੀਰਾ ਕਹਿੰਦੇ ਨੇ, ਠੱਗਾਂ ਦਾ ਗਿਆਨ। ਉਹ ਤਾਂ ਗੁਰਬਾਣੀ ਦੇ ਵੀ ਅਰਥ ਬਦਲੀ ਜਾਂਦੇ ਨੇ। ਠੱਗ ਤਾਂ ਉਹਨਾਂ ਨੇ ਛੁੱਟਣ ਨਹੀਂ ਦੇਣਾ। ਉਹ ਤਾਂ ਇਹ ਜੱਟ ਨੇ, ਜਮ ਕੇ ਦੂਤ ਨੇ। ਜਮ ਕੇ ਦੂਤ ਕਿਉਂ ਛੁੱਟਣ ਦੇਣ ਜਮ ਜਾਲ ਚੋਂ? ਜਮ ਕੇ ਦੂਤ ਹੋਰ ਕੋਈ ਨਹੀਂ ਹੁੰਦੇ, ਕਿਤੇ ਨਹੀਂ ਜਮ ਕੇ ਦੂਤ ਆਉਂਦੇ ਹਨ। ਜਮ ਭਰਮ ਹੈ। ਗੁਰਬਾਣੀ ਨੂੰ ਸਮਝੀਏ ਤਾਂ ਜਮ ਸਿਰਫ ਭਰਮ ਹੈ। ਜਮ ਦਾ ਜਾਲ ਭਰਮ ਜਾਲ ਹੈ, ਹੋਰ ਕੁਝ ਨਹੀਂ ਹੈ। ਭਰਮ ਜਾਲ ਚੋਂ ਨਿਕਲ ਜਾਣਾ, ਜਮ ਦੇ ਜਾਲ ਚੋਂ ਨਿਕਲ ਜਾਣਾ। ਪਰ ਜਿਹੜੇ ਜਮ ਦੇ ਜਾਲ ਨੂੰ ਬੁਣ ਕੇ, ਭਰਮ ਜਾਲ ਨੂੰ ਬੁਣ ਕੇ ਤੁਹਾਨੂੰ ਫਸਾ ਰਹੇ ਨੇ, ਉਹ ਜਮ ਕੇ ਦੂਤ ਨੇ। ਆ ਜਿੰਨੇ ਸੰਤ ਨੇ ਸਾਰੇ ਜਮ ਕੇ ਦੂਤ ਨੇ, ਜਿਹੜੇ ਇਹੋ ਜਿਹਾ ਪ੍ਰਚਾਰ ਕਰਦੇ ਨੇ। ਜਿਹੜੇ ਗੁਰਬਾਣੀ ਤੋਂ ਉਲਟ ਮਾਇਆ ਦਾ ਪ੍ਰਚਾਰ ਕਰਦੇ ਨੇ, ਮਾਇਆ ਮੋਹ ਦਾ, ਉਹ ਸਾਰੇ ਜਮ ਕੇ ਦੂਤ ਨੇ। ਜੇ ਗੁਰਬਾਣੀ ਨੂੰ ਬਰੀਕੀ ਨਾਲ ਸਮਝੀਏ ਤਾਂ ਸਾਬਤ ਹੋ ਜਾਂਦਾ ਇਹ ਗੱਲ। ਪ੍ਰਬੋਧ ਚੰਦਰ ਨਾਟਕ ਦੇ ਵਿੱਚ ਤਾਂ ਸਾਫ਼ ਹੀ ਲਿਖਿਆ ਹੋਇਆ ਨਾ, ਉਹਨੂੰ ਪੜ੍ਹੀਏ ਵੀ ਜਦੋਂ ਗਿਆਨ ਪੈਦਾ ਹੋ ਗਿਆ, ਜਿਹੜਾ ਮਹਾਮੋਹ ਰਾਜਾ, ਉਹਨੂੰ ਫਿਰ ਚਿੰਤਾ ਪੈਦਾ ਹੋ ਗਈ ਵੀ ਆਪਣਾ ਤਾਂ ਸਾਰਾ ਰਾਜ ਗਿਆ। ਹੁਣ ਗਿਆਨ ਨੇ ਤਾਂ ਲੋਕਾਂ ਨੂੰ ਛਡਾ ਦੇਣਾ ਆਪਣੇ ਜਾਲ ਚੋਂ। ਆਪਣੇ ਜਾਲ ਚੋਂ ਕੌਣ ਛਡਾਊਗਾ? ਗਿਆਨ। ਗਿਆਨ ਭਰਮੇ ਖਤਮ ਕਰੂ ਨਾ, ਭਰਮੇ ਖਤਮ ਕਰੂ, ਔਰ ਗਿਆਨ ਕੀ ਕਰੂਗਾ? ਆਪਣੇ ਜਾਲ ਚੋਂ ਸਾਰੀ ਜਨਤਾ ਨੂੰ ਛਡਾ ਦੇਣਾ, ਆਪਾਂ ਨੂੰ ਕਿਸੇ ਨੇ ਨਹੀਂ ਮੰਨਣਾ। ਹੁਣ ਕੀ ਕਰੀਏ? ਸਾਰੇ ਮੱਥੇ ਤੇ ਹੱਥ ਧਰ ਕੇ ਬਹਿ ਗਏ ਵੀ ਤਾਂ ਗਿਆਨ ਦਾ ਕੋਈ ਨਹੀਂ ਮੁਕਾਬਲਾ ਕਰ ਸਕਦਾ। ਤਾਂ ਕਹਿੰਦੇ ਵੀ ਪ੍ਰਪੰਚ ਨੂੰ ਬੁਲਾਓ। ਫਿਰ ਫਿਰ ਪ੍ਰਪੰਚ ਬੁਲਾਇਆ ਉੱਥੇ। ਉਹਨੂੰ ਕਹਾ ਜਾ ਕੇ ਤੀਰਥਾਂ ਤੇ ਬਹਿ ਜਾ, ਸਾਧੂ ਦਾ ਰੂਪ ਧਾਰ ਕੇ,
ਤੇਰੇ ਕੋ ਆਉਣਗੇ ਫਸਾਈ ਜਾਈ। ਇਹ ਸਾਰੇ ਪਰਪੰਚੀ ਰਹੇ। ਤਾਂ ਹੀ ਤਾਂ ਕਹਿੰਦੇ ਪਾਓ ਭਗਤ ਭਗਵਾਨ ਹਿਤ, ਮਾਇਆ ਲਿਪਤ ਨ ਰੰਚ, ਵਿਰਲੇ ਕਹੀਏ ਨਾਨਕਾ ਜੇ ਨਾ ਰਚੇ ਪਰਪੰਚ। ਇਹ ਥੋੜਾ ਜਿਹਾ ਗਿਆਨ ਜ਼ਰੂਰ ਹਾਸਲ ਕਰਦੇ ਨੇ ਪਹਿਲਾਂ। ਜੇ ਤਾਂ ਪਰਪੰਚ ਨਾ ਕਰਨ ਫਿਰ ਤਾਂ ਚਲੇ ਜਾਂਦੇ ਨੇ, ਗਾਹਾਂ ਨਿਕਲ ਜਾਂਦੇ ਨੇ। ਜੇ ਪਰਪੰਚੀ ਬਣ ਜਾਣ ਫਿਰ ਜਮ ਦੇ ਦੂਤ ਬਣ ਜਾਂਦੇ ਨੇ। ਜਮ ਦੇ ਦੂਤ ਭਗਤਾਂ ਚੋਂ ਹੀ ਬਣਦੇ ਨੇ, ਜਿਹੜੇ ਪਹਿਲਾਂ ਭਗਤੀ ਕਰਨ ਨਿਕਲਦੇ ਨੇ। ਜਿਹੜੇ ਲੋਕ ਭਗਤੀ ਕਰਨ ਨਿਕਲਦੇ ਨੇ ਨਾ, ਉਹੀ ਜਮ ਕੇ ਦੂਤ ਨਿਕਲਦੇ ਨੇ ਉਹਨਾਂ ਚੋਂ। ਸਾਡੇ ਵਿੱਚੋਂ ਹੀ ਡਕੈਤ ਨਿਕਲਦੇ ਨੇ, ਸਾਡੇ ਵਿੱਚੋਂ ਹੀ ਪੁਲਿਸ ਵਾਲੇ ਨਿਕਲਦੇ ਨੇ, ਸਾਡੇ ਵਿੱਚੋਂ ਹੀ ਪੁਲਿਸ ਵਾਲੇ ਡਾਕੂ ਬਣ ਜਾਂਦੇ ਨੇ। ਨੌਕਰੀ ਪੁਲਿਸ ਦੀ ਕਰਦੇ ਨੇ, ਮਾਰਦੇ ਡਾਕੇ ਨੇ। ਇਸ ਕਰਕੇ ਇਹ ਪਬਲਿਕ ਦੇ ਵਿੱਚੋਂ ਹੀ ਸਾਰੇ ਬਣਦੇ ਨੇ। ਚੱਲੇ ਜਿਹੜੇ ਮਿਲਣ ਚੱਲੇ ਚਾਲੇ ਤੇ ਹਰ ਮਿਲਣ ਕੋ ਵਿੱਚੇ ਅਟਕਿਆ ਸ਼ਹੀਦ, ਜਿਨ੍ਹਾਂ ਦਾ ਵਿੱਚੇ ਚੇਤਾ ਅਟਕ ਗਿਆ, ਉਹ ਪਰਪੰਚੀ ਬਣ ਜਾਂਦਾ ਨੇ। ਮਾਇਆ ਵੱਲ ਨੂੰ ਅਟਕ ਗਿਆ ਚਿੱਤ ਉਹਨਾਂ ਦਾ, ਪਾਵਰ ਵੱਲ ਨੂੰ ਅਟਕ ਗਿਆ ਚਿੱਤ ਉਹਨਾਂ ਦਾ। ਜਿਨ੍ਹਾਂ ਦਾ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ। ਜਿਹੜੇ ਠੱਗ ਨੇ ਸਾਰਾ ਸੰਸਾਰ ਠੱਗ ਕੇ ਖਾ ਲਿਆ ਭਰਮ ਨੇ, ਉਹਨੂੰ ਠੱਗਣਾ ਆਪ। ਉਹਨੂੰ ਠੱਗ ਲੈਣਾ। ਜੇ ਉਹਨੂੰ ਨਹੀਂ ਠੱਗਿਆ ਗਿਆ, ਮਨ ਨੇ ਠੱਗਿਆ ਸਾਰਾ ਸੰਸਾਰ ਹੈ ਕਹੋ ਤੁਸੀਂ। ਉਹਨਾਂ ਦਾ ਮਨ ਪ੍ਰਧਾਨ ਰਹਿ ਗਿਆ, ਮਨ ਠੱਗ ਹੈ। ਜਿੰਨਾ ਚਿਰ ਮਨ ਨਾਲ ਨਹੀਂ ਨਾ ਠੱਗੀ ਵੱਜਦੀ, ਉਹਨਾਂ ਜਿਹੜੇ ਮਨ ਠੌਰ ਨਹੀਂ ਆ ਸਕਦਾ। ਇਹਦੇ ਨਾਲ ਠੱਗੀ ਕਿਵੇਂ ਵੱਜੂ? ਇਹ ਲੋਭੀ ਹੈ, ਇਹਨੂੰ ਲੋਭ ਦਿਖਾਇਆ ਹੈ। ਲਾਲਚ ਦਿੱਤਾ ਇਹਨੂੰ ਅਬਨਾਸ਼ੀ ਰਾਜ ਦਾ, ਬੜਾ ਲਾਲਚ ਦਿੱਤਾ। ਦੱਸ ਵੀ ਐਦੋਂ ਬੜਾ ਲਾਲਚ ਕੀ ਹੈ? ਅਬਨਾਸ਼ੀ ਰਾਜ ਹੈ। ਗਰੀਬ ਨਵਾਜ ਗੁਸਈਆ ਮੇਰਾ ਮਾਥੇ 77। ਤੇ ਜਿੰਨੇ ਵੀ ਜਾਤੇ ਜ਼ਿਆਦਾ ਤੂੰ ਮਿਨਿਸਟਰ ਬਣ ਜਾਏਗਾ, MLA ਬਣ ਜਾਏਗਾ, ਚੀਫ ਮਿਨਿਸਟਰ ਬਣ ਜਾਏਗਾ, ਪ੍ਰਾਈਮ ਮਿਨਿਸਟਰ ਬਣ ਜਾਏਗਾ। ਹਿੰਦੁਸਤਾਨ ਦਾ ਹੀ ਤਾਂ ਬਣੇਗਾ, ਸਾਰੀ ਦੁਨੀਆ ਦਾ ਤਾਂ ਨਹੀਂ ਬਣ ਸਕਦਾ। ਪਰ ਉਹਨੂੰ ਕਿਹਾ ਪੰਡਤ ਸੂਰ ਛਤਰਪਤੀ ਰਾਜਾ, ਭਗਤ ਬਰਾਬਰ ਹੋ ਔਰ ਨਾ ਕੋਈ। ਬੜਾ ਲਾਲਚ ਦੇ ਦਿੱਤਾ, ਬੜਾ ਲਾਲਚ ਦੇ ਦਿੱਤਾ। ਜਿਹੜਾ ਲਾਲਚ ਤੇ ਫਿਸਲ ਜੇ ਉਹ ਠੱਗਿਆ ਜਾਂਦਾ ਹੁੰਦਾ। ਲਾਲਚ ਦੇ ਕੇ ਫਿਸਲਿਆ ਨਾ। ਮਨ ਦੀ ਕਮਜ਼ੋਰੀ ਕੀ ਹੈ? ਮਨ ਦੀ ਕਮਜ਼ੋਰੀ ਲੋਭ ਹੈ। ਮਨ ਦੀ ਕਮਜ਼ੋਰੀ ਕੀ ਹੈ? ਮਨ ਦੀ ਕਮਜ਼ੋਰੀ ਵਡਿਆਈ ਚਾਹੁੰਦਾ ਹੈ। ਬਸ ਇਹਦੀਆਂ ਕਮਜ਼ੋਰੀਆਂ ਦੇਖ ਕੇ ਹੀ ਇਹਨੂੰ ਠੱਗਿਆ। ਠੱਗਿਆ ਸੱਚਾ, ਸੱਚਾ ਲਾਲਚ ਦਿੱਤਾ, ਝੂਠਾ ਨਹੀਂ ਦਿੱਤਾ। ਜੇ ਤੂੰ ਚੱਲਦਾ ਰਹੇ ਆਪਣੇ ਰਸਤੇ ਤੇ, ਫਿਰ ਇਹ ਜਿਹੜੀ ਜੀ ਤੈਨੂੰ ਜਿੱਥੇ ਪਹੁੰਚਾਉਣਾ, ਇਹਦੇ ਬਰਾਬਰ ਦੀ ਹੋਰ ਕੋਈ ਪੋਸਟ ਹੈ ਨਹੀਂ ਭਾਈ। ਤਾਂ ਇਹ ਚੱਲਣ ਨੂੰ ਬੰਦਾ। ਫਿਰ ਇਹਨੂੰ ਕੀ ਕਿਹਾ ਜਾਂਦਾ? ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਕਮ ਮੰਨਿਆ ਭਾਈ। ਇਹ ਪ੍ਰਾਪਤੀ ਕਿਵੇਂ ਹੋਊਗੀ? ਪ੍ਰਾਪਤੀ ਹੋਊ ਐ, ਜੇ ਮੰਨ ਲਵੇ ਤਨ ਮਨ ਸਾਰਾ ਸੌਂਪਣਾ, ਹੁਕਮ ਮੰਨਣਾ, ਠੱਗਿਆ ਗਿਆ। ਤਾਂ ਮਨ ਠੌਰ ਆਉਂਦਾ। ਜਿਆਦਾ ਗੁਰਬਾਣੀ ਸਾਰੀ ਮੰਨ ਲਵੇ ਫਿਰ ਖੜ ਜਾਂਦਾ, ਵਰਨਾ ਨਹੀਂ ਖੜਦਾ। ਸਭ ਕੁਝ ਆਪਣਾ ਤਿਆਗ ਦੇਵੇ, ਦੇ ਦੇਵੇ, ਆਪਣੀ ਅਕਲ ਨੂੰ ਤਿਆਗ ਦੇਵੇ, ਆਪਣੀ ਮਰਜ਼ੀ ਨੂੰ ਤਿਆਗ ਦੇਵੇ, ਫਿਰ ਸਮਝੋ ਠੱਗਿਆ। ਵਰਨਾ ਨਹੀਂ। ਡੱਡਾ ਡਰ ਉਪਜੇ ਡਰ ਜਾਈ। ਜੇ ਡਾਰੇ ਦੇ ਅੰਦਰ ਪੈਦਾ ਹੋ ਜਵੇ, ਜੇ ਮਨ ਅੰਦਰ ਡਰ ਪੈਦਾ ਹੋ ਜਵੇ, ਡਰ ਕਾਹਦਾ ਪੈਦਾ ਹੋਊਗਾ? ਡਰ ਪੈਦਾ ਹੋਊਗਾ ਜੇ ਹਰ ਵਕਤ ਮੌਤ ਨੂੰ ਯਾਦ ਰੱਖੇ। ਜੇ ਹਰ ਵਕਤ, ਜੇ ਜਿੰਨਾ ਜਿਹੜੇ ਨੇ ਮਰਨ ਮਨੋਂ ਵਸਾਰਿਆ ਹੋਇਆ, ਡਾਰੇ ਨੇ ਛਿੱਕੇ ਤੇ ਟੰਗਤਾ।
ਡਰ ਇਹਨੂੰ ਕਾਲ ਦਾ ਰਹੇ ਹਰ ਵਕਤ, ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਡਾਰੇ ਦੇ ਅੰਦਰ ਜੇ ਪੈਦਾ ਹੋ ਜਵੇ, ਹੁਕਮ ਦੇ ਨਾਲ ਜੰਮਣ ਮਰਨਾ, ਹੁਕਮ ਦਾ ਪਤਾ ਕੋਈ ਨਹੀਂ, ਹੁਕਮ ਦਾ ਹਾਕਮ ਦੀ ਮਰਜ਼ੀ ਹੈ ਨਾ। ਉਹ ਤਾਂ ਵੇਲੇ ਦਾ ਪਤਾ ਹੀ ਨਹੀਂ, ਜਦੋਂ ਜੰਮਦਾ ਫੰਦਾ ਆ ਕੇ ਪੈ ਜਾਣਾ ਗਲ 'ਚ, ਫੰਦਾ ਦਾ ਪਿਆ ਹੋਇਆ ਟੈਟੇ ਕਰਨਾ। ਜੇ ਇਹ ਡਰ ਹਰ ਵਕਤ ਯਾਦ ਰਹੇ ਤਾਂ ਸੰਸਾਰ ਦੇ ਜਿਹੜੇ ਛੋਟੇ ਮੋਟੇ ਡਰ ਨੇ ਨਾ, ਐ ਨਾ ਹੋ ਜਵੇ, ਐ ਨਾ ਹੋ ਜਵੇ, ਇਹ ਨਹੀਂ ਰਹਿੰਦੇ। ਨਫੇ ਨੁਕਸਾਨ ਤਾਂ ਹੈ ਜੇ ਅਗਲੇ ਸਾਹ ਦੀ ਆਉਣ ਦੀ ਗਰੰਟੀ ਹੈ। ਜਿਹਨੂੰ ਅਗਲੇ ਸਾਹ ਦੀ ਗਰੰਟੀ ਉਹ ਨਹੀਂ ਹੈ, ਉਹ 4 ਸਾਲ ਦਾ ਡਰ ਉਹ ਕਾਸ ਨੂੰ ਪਾਲੂਗਾ, ਉਹ 2 ਦਿਨ ਦਾ ਡਰ ਕਾਸ ਨੂੰ ਪਾਲੂਗਾ। ਉਹਨੂੰ ਤਾਂ ਇਹ ਨਹੀਂ ਪਤਾ ਵੀ ਅਗਲਾ ਸਾਹ ਹੋਣਾ ਕਿ ਨਹੀਂ ਹੋਣਾ। ਜੇ ਮੌਤ ਦਾ ਡਰ ਹਮੇਸ਼ਾ ਕੱਚੇ ਧਾਗੇ ਦੀ ਤਲਵਾਰ ਸਿਰ ਤੇ ਲਟਕਦੀ ਦੀਂਦੀ ਰਹੇ, ਕਦੋਂ ਇਹਨੇ ਟੁੱਟ ਜਾਣਾ, ਕਦੋਂ ਗਲ ਤੇ ਆ ਪੈਣਾ, ਫਿਰ ਆਲੇ ਦੁਆਲੇ ਦੇ ਨਫੇ ਨੁਕਸਾਨ ਦਾ ਡਰ ਇਹਨੂੰ ਨਹੀਂ ਰਹਿੰਦਾ। ਫਿਰ ਕਾਹਦਾ ਰਹਿਣਾ? ਫਿਰ ਤਾਂ ਰੋਟੀ ਹੈ ਉਹੀ, ਜਿਹੜੀ ਬੁਰਕੀ ਮੂੰਹ 'ਚ ਹੈ ਉਹੀ ਆਪਣੀ ਹੈ ਬਸ। ਹੱਥ ਵਾਲੀ ਦਾ ਵੀ ਕੋਈ ਪਤਾ ਨਹੀਂ ਹੈ, ਹੱਥ ਵਾਲੀ ਦਾ ਵੀ ਕੋਈ ਪਤਾ ਨਹੀਂ। ਖਬਰ ਇੱਲੇ ਲੈ ਜਾ ਚੱਕ ਕੇ, ਫਿਰ ਡਰ ਜਾਂਦਾ ਇਹਦਾ। ਤਾਂ ਡਰ ਮੈਂ ਜੇ ਡਰ ਹੁਕਮ ਦਾ ਇਹਦੇ ਅੰਦਰ ਪੈਦਾ ਹੋ ਜਵੇ ਔਰ ਹੁਕਮ ਨਾਲ ਇਹ ਜੁੜ ਜਵੇ, ਫਿਰ ਇਹਨੂੰ ਹੋਰ ਕਿਸੇ ਦੇਵੀ ਦੇਵਤੇ ਦਾ ਡਰ ਨਹੀਂ ਰਹਿੰਦਾ। ਡਰ ਦੇਵੀ ਦੇਵਤਿਆਂ ਦੀ ਬਹੁਤ ਨੇ ਨਾ, ਮਾਤਾ ਰਾਣੀ ਦਾ ਡਰ ਬਹੁਤ ਆ ਵੀ ਜੇ ਗੁਲਗੁਲੇ ਨਹੀਂ ਪਕਾਏ ਪਤਾ ਨਹੀਂ ਨੇੜੇ ਦੇ ਮਾਤਾ ਨਿਕਲ ਆਊਗੀ। ਸ਼ਹੀਦਾ ਨਾ ਕੀਤਾ ਸ਼ਹੀਦਾਂ ਦਾ ਰਮੈਸ ਨੇ ਦੁੱਧ ਨਹੀਂ ਦੇਣਾ, ਡਰ ਬਹੁਤ ਪਾਏ ਹੋਏ ਨੇ। ਗੁਰਦੁਆਰੇ ਦੇ ਮੂਹਰੇ ਦੀ ਲੰਘੇ, ਮੱਥਾ ਨਹੀਂ ਟੇਕਿਆ, ਪਤਾ ਨਹੀਂ ਤਾਂ ਪੇਪਰ ਖਰਾਬ ਹੋ ਗਿਆ, ਜਾਂ ਐਕਸੀਡੈਂਟ ਹੋ ਗਿਆ, ਜਾਂ ਰਾਹ 'ਚ ਜਾਂਦਾ ਸੀ ਕੰਮ ਨਹੀਂ ਬਣਿਆ। ਕਿੰਨੇ ਦਾ ਦੁਨੀਆ ਭਰ ਦੇ ਡਰ ਪਾਏ ਹੋਏ ਨੇ ਅਗਿਆਨੀਆਂ ਦੇ। ਕੋਈ ਡਰ ਨਹੀਂ ਰਹਿੰਦਾ। ਜਿਹਨੇ ਹੁਕਮ ਬੁੱਝ ਲਿਆ ਉਹਨੂੰ ਕੋਈ ਡਰ ਨਹੀਂ। ਉਹਨੂੰ ਡਰ ਕਾਹਦਾ? ਜੋ ਹੋਣਾ ਹੈ ਸੋ ਹੋਏ। ਜੋ ਹੋਣਾ ਉਹਨੂੰ ਕੋਈ ਟਾਲ ਨਹੀਂ ਸਕਦਾ। ਬਸ ਇੱਕ ਡਰ ਹੈਗਾ ਕਿ ਜੇ ਪਿੰਜਰੇ ਦੇ ਵਿੱਚੋਂ ਸਰੀ ਬਾਹਰ ਨਿਕਲ ਗਈ ਨਾ ਫਿਰ ਮੌਤ। ਪਿੰਜਰੇ ਦੇ ਵਿੱਚ ਸੇਫ ਆ, ਸਰੀ ਬਾਹਰ ਨਿਕਲ ਗਈ ਤਾਂ ਮੌਤ ਹੈ। ਜੇ ਸੁਰਤ ਹਿਰਦੇ ਵਿੱਚ ਟਿਕੀ ਹੋਈ ਹੈ ਉੱਥੇ ਕਾਲ ਦੀ ਅਪਰੋਚ ਤੋਂ ਪਰੇ ਹੈ। ਹੋਰ ਸੁਖਮਨੀ ਨਾੜੀ ਕੋਈ ਨਹੀਂ, ਸਭ ਗਲਤ ਹੈ। ਸੁਖਮਨੀ ਕੋਈ ਨਾੜੀ ਨਹੀਂ ਹੁੰਦੀ। ਮਨ ਨੂੰ ਸੁਖ ਦੇਣ ਵਾਲਾ ਤਾਂ ਨਾਮ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਗੱਲੇ ਬਦਲਤੀ ਉਹਨਾਂ ਦੀ ਸਿੱਧਾਂ ਦੀ ਸਾਰੀ। ਨਾਮ ਹਿਰਦੇ ਵਿੱਚ ਹੈ। ਉਹ ਨਿਜ ਘਰ ਜਿਹੜਾ ਹੈਗਾ ਇਹ ਸੁੱਖਾਂ ਦਾ ਘਰ ਹੈ। ਨਿਜ ਘਰ ਹੀ ਸਰਬ ਸੁੱਖਾਂ ਦਾ ਘਰ ਹੈ। ਸਰਬ ਸੁੱਖਾਂ ਨਿਧ ਚਰਨ ਹਰ ਭਵ ਜਲ ਵਿਖਮ ਤਰੇ। ਹਿਰਦੇ ਵਿੱਚ ਸਾਰੇ ਸੁੱਖ ਨੇ। ਜਿੱਥੇ ਟਿਕਾਓ ਹੈ ਉੱਥੇ ਸਾਰੇ ਸੁੱਖ ਨੇ। ਜਿੱਥੇ ਟਿਕਾਓ ਨਹੀਂ ਉੱਥੇ ਸੁੱਖ ਨਹੀਂ। ਜਿੱਥੇ ਮਨ ਟਿਕਿਆ ਹੋਇਆ ਅਡੋਲ ਉੱਥੇ ਸੁੱਖ ਹੈ। ਜੇ ਮਨ ਡੋਲਦਾ ਸੁੱਖ ਹੈ ਨਹੀਂ। ਤਾਂ ਡਰ ਮੈਂ ਡਰ ਰਿਹਾ ਸਮਾਈ। ਜਦੋਂ ਪੈ ਹੁਕਮ ਦਾ ਮੰਨ ਲਈਏ ਅਸੀਂ ਵੀ ਹੁਕਮ ਤੇ ਬਿਨਾਂ ਕੁਝ ਨਹੀਂ ਹੋ ਸਕਦਾ। ਜੋ ਹੁਕਮ ਨੇ ਕਰਨਾ ਉਹਦਾ ਇਲਾਜ ਕੋਈ ਨਹੀਂ। ਹੁਕਮ ਦੇ ਬਿਨਾਂ ਕੁਝ ਹੋ ਨਹੀਂ ਸਕਦਾ। ਹੁਕਮ ਦਾ ਕੋਈ ਇਲਾਜ ਸਾਡੇ ਕੋਲ ਕਿਸੇ ਕੋਲ ਹੈ ਨਹੀਂ। ਤੇ ਡਰ ਕਿਹੜੀ ਚੀਜ਼ ਦਾ ਰਹਿ ਗਿਆ ਹੁਣ? ਜਿਹੜੀ ਚੀਜ਼ ਦਾ ਇਲਾਜ ਕੋਈ ਨਹੀਂ ਉਹਨੂੰ ਬਰਦਾਸ਼ਤ ਕਰਨਾ ਸਿਆਣਪ ਹੈ। ਉਹਨੂੰ ਬਰਦਾਸ਼ਤ ਕਰਨਾ ਸਿਆਣਪ ਹੈ। ਮੰਨ ਲੈਣਾ ਤੇ ਅਕਲ। ਉਹ ਭਾਣੇ ਦਾ ਜਿਹੜਾ ਡਰ ਹੈ ਉਹਦੇ 'ਚ ਸਾਰੇ ਸੰਸਾਰ ਦੇ ਡਰ ਵਿੱਚ ਹੀ ਸਮਾ ਜਾਂਦੇ ਨੇ।
ਕੋਈ ਡਰ ਰਹਿੰਦਾ ਹੀ ਨਹੀਂ। ਕਹਿਣ ਦਾ ਮਤਲਬ ਇੱਕ ਡਰ ਜੇ ਮੰਨ ਲਈਏ ਭਾਣੇ ਦਾ, ਕੋਈ ਡਰ ਰਹਿੰਦਾ ਹੀ ਨਹੀਂ। ਕੋਈ ਕੁਛ ਨਹੀਂ ਵਿਗਾੜ ਸਕਦਾ, ਕੋਈ ਆਦਮੀ ਦੁਸ਼ਮਣ ਨਹੀਂ ਕੁਛ ਵਿਗਾੜ ਸਕਦਾ। ਦੁਸ਼ਮਣ ਤੋਂ ਡਰ ਹੈ ਸਾਨੂੰ, ਬਿਮਾਰੀ ਤੋਂ ਡਰ ਹੈ ਸਾਨੂੰ। ਲਾਜ ਬਿਮਾਰੀਆਂ ਨੇ ਕਈ ਜਗ੍ਹਾ ਤੁਸੀਂ ਦੇਖੋਗੇ ਕਹਿੰਦੇ ਆਪੇ ਹੀ ਠੀਕ ਹੋ ਗਈ। ਬੰਦਿਆਂ ਨੇ ਡਾਕਟਰ ਡਿਕਲੇਅਰ ਕਰਤੇ ਵੀ ਇਹ ਮਰ ਗਏ, ਉਹ ਜਿਉਂਦੇ ਹੋ ਗਏ। ਡਰ ਕਾਹਦਾ ਰਹਿ ਗਿਆ? ਇਹ ਤਾਂ ਉਹਦਾ ਭਾਣਾ ਹੈ। ਜੋ ਕੁਛ ਵਰਤੇ ਤੇਰਾ ਭਾਣਾ, ਜੋ ਵਰਤਦਾ ਉਹਦਾ ਭਾਣਾ ਹੈ। ਭਾਣੇ ਦਾ ਹੀ ਡਰ ਮੰਨੋ, ਭਾਣੇ 'ਚ ਰਹੋ। ਭਾਣੇ 'ਚ ਰਹਿ ਕੇ ਸੁੱਖ ਹੈ। ਭਾਣੇ 'ਚ ਰਹਿ ਕੇ ਉਹਦੇ ਨਾਲ ਜੁੜਿਆ ਹੋਇਆ ਹੈ, ਹਕਮ ਨਾਲ ਜੁੜਿਆ ਹੋਇਆ। ਜਿਹਦਾ ਭਾਣਾ ਉਹਦੇ ਨਾਲ ਜੁੜਿਆ ਹੋਇਆ ਹੈ। ਜੇ ਨਿਰਭੈ ਪਦ ਦੇ ਵਿੱਚ ਰਹਿ ਕੇ ਸਰੀਰ ਛੱਡਦਾ, ਇਹਦਾ ਜਨਮ ਦੁਬਾਰਾ ਹੁੰਦਾ ਹੀ ਨਹੀਂ। ਜਨਮ ਦੁਬਾਰਾ ਕਦ ਹੁੰਦਾ ਹੈ? ਮਾਇਆ ਦੇ ਭੈ ਦੇ ਵਿੱਚ ਆ ਜਾਂਦਾ ਸਰੀਰ ਛੱਡਣ ਵੇਲੇ। ਭੈ ਕਾਹਦਾ ਸਤਾਉਂਦਾ? ਮਾਇਆ ਦਾ, ਨਫੇ ਨੁਕਸਾਨ ਦਾ, ਮੋਹ ਦਾ ਹੀ ਸਤਾਉਂਦਾ। ਅਸਲ ਦੇ ਵਿੱਚ ਉਹ ਜਿਹੜਾ ਡਰ ਹੈ ਇਹਨੂੰ ਮਾਇਆ 'ਚ ਲੈ ਵੜਦਾ ਹੈ। ਹਿਰਦਾ ਛਡਾ ਕੇ, ਡੋਲਤਾ ਛਡਾ ਕੇ ਡੋਲ ਜਾਂਦਾ, ਮਾਇਆ 'ਚ ਲੈ ਵੜਦਾ। ਮਾਇਆ 'ਚ ਜੇ ਸਰੀਰ ਛੱਡਦਾ ਤਾਂ ਮਾਇਆ 'ਚ ਜਨਮ ਹੁੰਦਾ। ਅੰਤਕਾਲ ਕੀ ਸਿਮਰਦਾ ਹੈ? ਅੰਤਕਾਲ ਜੋ ਸਿਮਰਦਾ ਹੈ ਉਹ ਉੱਥੇ ਹੀ ਜੁੜਿਆ ਹੋਇਆ ਹੁੰਦਾ, ਉੱਥੇ ਹੀ ਜੁੜਿਆ ਰਹਿ ਜਾਂਦਾ। ਜੇ ਨਿਰਭੈ ਪਦ ਦੇ ਵਿੱਚ, ਨਿਰਭੈ ਅਵਸਥਾ ਦੇ ਵਿੱਚ ਸਰੀਰ ਛੱਡਦਾ ਤਾਂ ਉੱਥੇ ਹੀ ਰਹਿ ਜਾਂਦਾ ਜੁੜਿਆ। ਅੰਤਕਾਲ ਜੇ ਨਾਰਾਇਣ ਸਿਮਰ, ਉਹ ਨਾਰਾਇਣ ਨਾਲ ਜੁੜਿਆ ਹੋਇਆ ਅੰਤਕਾਲ, ਸਰੀਰ ਛੱਡਤਾ, ਉਹ ਤਾਂ ਮੁਕਤਾ। ਫਿਰ ਤਲੋਚਨ ਕੀ ਕਹਿੰਦਾ? ਸੋਏ ਨਰ ਮੁਕਤਾ ਪੀਤਾਂਬਰ ਵਾ ਕੇ ਹਿਰਦੇ ਵਸੇ। ਬਸ ਇੰਨੀ ਹੋਈ ਗੱਲ ਹੈ। ਸਰੀਰ ਛੱਡਣ ਵੇਲੇ ਨਿਰਭੈ ਹੈ, ਇਹ ਅਭੈ ਹੈ। ਜੇ ਨਿਰਭੈ ਹੈ ਸਰੀਰ ਛੱਡਣ ਵੇਲੇ, ਫਿਰ ਇਹਦਾ ਜਨਮ ਨਹੀਂ ਹੋ ਸਕਦਾ, ਚਾਹੇ ਉਹ ਕਿਸੇ ਤਰੀਕੇ ਨਾਲ ਹੋ ਜਾਵੇ। ਰਿਜ਼ਲਟ ਤਾਂ ਆਉਣਾ ਉਸ ਵੇਲੇ ਹੀ, ਸਾਰੀ ਗੱਲ ਦਾ ਸਰੀਰ ਛੱਡਣ ਵੇਲੇ ਰਿਜ਼ਲਟ ਆਉਣਾ। ਬਾਕੀ ਜੋ ਮਰਜ਼ੀ ਪੜ੍ਹਦੇ ਰਹੋ, ਜੋ ਮਰਜ਼ੀ ਮੰਨਦੇ ਰਹੋ, ਜਿਸ ਮਰਜ਼ੀ ਅਵਸਥਾ 'ਚ ਰਹੋ, ਜੇ ਉਸ ਵੇਲੇ ਡੋਲ ਗਿਆ ਤਾਂ ਬਸ। ਇਸ ਕਰਕੇ ਕਿਹਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ। ਉਸ ਵੇਲੇ ਜਿਹੜਾ ਡੋਲਣ ਤੋਂ ਬਚ ਗਿਆ। ਉਸ ਵੇਲੇ ਦੀ ਤਿਆਰੀ ਹੋ ਰਹੀ ਹੈ, ਹੋਰ ਕੁਝ ਨਹੀਂ ਹੈਗਾ। ਸੁਭਾਅ ਬਣ ਰਿਹਾ ਹੈ। ਜਿਹੜੀ ਟ੍ਰੇਨਿੰਗ ਹੋ ਰਹੀ ਹੈ ਮਿਲਟਰੀ ਨੂੰ, ਉਹ ਤਾਂ ਫਰਜ਼ੀ ਲੜਾਈ ਹੈ ਨਾ। ਟ੍ਰੇਨਿੰਗ ਤਾਂ ਅਸਲ ਤਾਂ ਮੌਕੇ ਤੇ ਹੋਣੀ ਹੈ ਜਾ ਕੇ। ਆ ਤਾਂ ਅਸੀਂ ਫਰਜ਼ੀ ਕਰ ਰਹੇ ਹਾਂ ਨਾ, ਫੇਸ ਕਰਨ ਵਾਸਤੇ। ਰੋਜ਼ ਨਫਾ ਨੁਕਸਾਨ ਹੁੰਦਾ ਹੈ, ਇਹਨੂੰ ਵੀ ਫੇਸ ਕਿਵੇਂ ਕਰਾਂਗੇ ਅਸੀਂ? ਰੋਜ਼ ਮਨ ਡੋਲਦਾ ਥੋੜ੍ਹੀ ਥੋੜ੍ਹੀਆਂ ਗੱਲਾਂ ਤੇ, ਇਹਨੂੰ ਫੇਸ ਕਿਵੇਂ ਕਰਾਂਗੇ? ਫੇਸ ਕਰਾਂਗੇ ਜੇ ਗੁਰਬਾਣੀ ਦੇ ਨਾਲ ਜੁੜੇ ਰਹਾਂਗੇ, ਰੋਜ਼ ਐਨਰਜੀ ਲੈ ਲਾਂਗੇ, ਰੋਜ਼ ਚੀਜ਼ ਯਾਦ ਕਰਾਂਗੇ ਤਾਂ ਫੇਸ ਕਰਾਂਗੇ। ਜਾਂ ਪੱਕੀ ਹੋਗੀ, ਜਿਵੇਂ ਜਿਵੇਂ ਮਨ ਪੱਕਾ ਹੋ ਜਾਊਗਾ ਜਿਵੇਂ ਫੇਸ ਕਰਨ ਦੀ ਸ਼ਕਤੀ ਵੱਧਦੀ ਰਹੂਗੀ। ਸਿਰਫ ਗੁਰਬਾਣੀ ਤਿਆਰ ਕਰਦੀ ਹੈ ਫੇਸ ਕਰਨ ਨੂੰ ਟਾਈਮ ਤੇ। ਜਿਹੜੇ ਭਾਣਾ ਮੰਨਦੇ ਨੇ ਫੇਸ ਕਰ ਲੈਂਦੇ ਨੇ। ਮੰਨਣਾ ਤਾਂ ਦੋਆਂ ਨੂੰ ਵੀ ਪੈਂਦਾ ਹੈ, ਮੰਨਣਾ ਸਾਰਿਆਂ ਨੂੰ ਵੀ ਪੈਂਦਾ ਹੈ, ਉਹਦਾ ਕੋਈ ਇਲਾਜ ਹੀ ਨਹੀਂ ਹੈ। ਪਰ ਉਹ ਸੌਖੇ ਮੰਨ ਲੈਂਦੇ ਨੇ, ਉਹ ਜਰਾ ਥੋੜ੍ਹੀ ਤਕਲੀਫ ਹੁੰਦੀ ਹੈ ਉਹਨਾਂ ਨੂੰ ਮੰਨਣ, ਜ਼ਿਆਦਾ ਥੋੜ੍ਹੀ ਜਿਵੇਂ ਜਿਵੇਂ। ਹਾਂਜੀ, ਜੋ ਡਰ ਹੈ ਤਾਂ ਫਿਰ ਡਰ ਲੱਗ ਗਿਆ। ਜੇ ਉਸ ਟਾਈਮ ਤੇ ਜਾ ਕੇ ਡਰ ਜਵੇ ਨਾ, ਆਖਰੀ ਟਾਈਮ ਤੇ, ਤਾਂ ਡਰ ਫਿਰ ਆ ਕੇ ਚਿੰਬੜ ਜਾਂਦਾ। ਆਹ ਵਿਚਾਰ ਲਾ ਕੁਛ ਕੀਤਾ ਹੋਇਆ ਕੋਈ ਫਾਇਦਾ ਨਹੀਂ ਰਿਹਾ ਇਹਦਾ। ਜੇ ਸਾਹਿਬਜ਼ਾਦੇ ਉਦੋਂ ਡਰ ਜਾਂਦੇ ਨਾ, ਸਾਰੀ ਪੜ੍ਹਾਈ ਕੋਈ ਫਾਇਦਾ ਨਹੀਂ ਸੀ। ਤਾਂ ਦੇਖੋ ਨਾ, ਲਿਖਣ ਵੇਲੇ ਕੀ ਲਿਖਦਾ? ਸਵਾਲ ਤਾਂ ਇਹ ਹੈ, ਮੈਂ ਪੜ੍ਹਿਆ ਕਿੰਨਾ, ਮੇਰੇ ਯਾਦ ਕਿੰਨਾ, ਇਹ ਨਹੀਂ ਹੋਈ। ਮੈਂ ਲਿਖਿਆ ਕੀ ਹੈ ਉਹਦੇ ਤੇ? ਰਿਜ਼ਲਟ ਤਾਂ ਪਰਚੇ ਤੇ ਜੋ ਲਿਖਦਾ ਉਹੀ ਹੈ। ਜੇ ਡਰ ਪੈਦਾ ਹੋ ਜਵੇ, ਸਾਹਿਬ ਸੰਕਟ ਵੈ ਸੇਵਕ ਭਜੈ। ਸਾਹਿਬ ਸੰਕਟ ਖੜਾ ਕਰੇ। ਕਿਉਂ ਕਰਦਾ ਸਾਹਿਬ ਸੰਕਟ ਖੜਾ? ਇਮਤਿਹਾਨ ਲੈਣ ਵਾਸਤੇ।
ਸਾਹਿਬ ਕਦੇ ਆਪਣੇ ਸੇਵਕ ਨੂੰ ਸੰਕਟ ਦਿੰਦਾ ਹੁੰਦਾ, ਪਰ ਟੈਸਟ ਕਿਵੇਂ ਹੋਵੇ? ਟੈਸਟ ਕਿਵੇਂ ਹੋਵੇ? ਸੇਵਕ ਭੱਜੇ, ਸੇਵਕ ਭੱਜ ਜਵੇ, ਚਿਰੰਕਾਲ ਨਾ ਜੀਵੇ, ਫਿਰ ਕਿਹੜਾ ਸਾਰੀ ਬਹੁਤ ਦੇਰ ਜੀਊ। ਜਿਉਣਾ ਤਾਂ ਉਹਨਾਂ ਹੀ ਚਿਰ ਹੈ ਜਿੰਨਾ ਚਿਰ ਪਹਿਲਾਂ ਜਿਉਣਾ ਸੀ। ਦੋਨੋਂ ਕੁੱਲ ਚ ਭਗਤਾਂ ਦੀ ਕੁੱਲ ਵੀ, ਨਿਰਾਕਾਰੀ ਕੁੱਲ ਔਰ ਸੰਸਾਰੀ ਕੁੱਲ ਦੋਏ